सतनाम वाहिगुरु साहिब जीओ। गुरु गरीब निवास सूरा सो पहचानिए। जो लरे दीन के हित पुरजा पुरजा कट मरै। कबू ना छाड़े खेत। कोट पराध हमारी खंडो। अनक विधि समझावो। हम अज्ञान अल्प मत ठोरी। तुम आपन बिरद रखावो। हम अज्ञान अल्प मत ठोरी। तुम आपन बिरद रखावो। धन गुरु ग्रंथ साहिब सच्चे पातशाह जी दे पावन पवित्र चरण कमलों में जुड़ मिल बैठे सतसंगी प्यारिओ। अदब सत्कार नाल सब तो पहला गुरु फतेह जी सांझ पाइए। प्यार नाल आखो जी वाहिगुरु जी का खालसा वाहिगुरु जी की फतेह। अज आपां उन्हां समूह शहीदां की याद विच जुड़ मिल बैठे हाँ जिन्हां ने दरबार साहिब के अंदर कबीर मोहे मरने का चाव है। मरो तो हर के द्वार मत हर पूछे कौन है। पर हमारे बार परा हमारे बार। इन्हां पंक्तियां दे मानो अर्थ करके समझाए सन। जदों भी मैं साके की कथा करना दो बेनतियां मैं पहलों कर देना। एक बेनती ये भावना ये इतिहास के पन्ने ये किसी को भड़काउण लई नहीं है, समझाउण लई ने। समझिए ते अपनी कौम का भविख सिरजीए। उहदे विचों डॉक्टर गुरभगत सिंह ने एक बड़ी प्यारी बात लिखी। वो कहंदे इन्हां जख्मां नूं भुलाया नहीं जा सकता। उन्हां रिसदे जख्मां विचों खून दीआं बूंदां विचों असीं अपनी कौम का भविख सिरजीए। पहली बेनती कर रहा सां भई ये भड़काउण लई नहीं है। दूजी अर्ज करां इनू केवल सिखां नूं ही नहीं सुनना चाहिए, हर वर्ग के बंदे नूं सुनना चाहिए दरबार साहिब दा साका, ताकि सानू ये पता तो लगे भी ऐसा कारण बनिया कि इहदा पिछोकड़ की है इस गल दा। हुण मैं गल शुरू करनी चाहुंदा। इंग्लिश के 3 अखर ने। एक है एक्सैप्ट, तुसीं मेरे नाल बहुत ज़्यादा पढ़े लिखे हो। दूजा रिस्पैक्ट, तीजा प्रोटैक्ट। जेड़े बाकी धर्म ने खास करके जिस नाल साडा बहुता वास्ता पैंदा विपरवादी सोच नाल, एक्सैप्ट का अर्थ होंदा है किसी की होंद नूं स्वीकार करना। वो किसी की होंद नूं स्वीकार नहीं करता। वो कहता एको ही सोच हो गए, उसे दे अधीन होण सारे। मैं अगे जाके गल करांगा। दूजी गल है रिस्पैक्ट। और रिस्पैक्ट भी किसी की नहीं करता।
ਉਹਨੇ ਸਿਰਫ ਪੂਜਣ ਵਾਸਤੇ ਇੱਕੋ ਹੀ ਬੰਦਾ ਰੱਖਿਆ ਹੋਇਆ, ਬਾਕੀਆਂ ਨੂੰ ਉਹ ਅਧਿਕਾਰ ਨਹੀਂ ਦਿੰਦਾ। ਤੀਜੀ ਗੱਲ ਹੈ ਪ੍ਰੋਟੈਕਟ ਕਰਨਾ। ਉਹ ਤਾਂ ਇਹ ਗੱਲ ਜਾਣਦਾ ਹੀ ਨਹੀਂ, ਉਹ ਤਾਂ ਸਾਰਿਆਂ ਨੂੰ ਆਪਣੇ ਵਿੱਚ ਮਰਜ ਕਰ ਲੈਂਦਾ ਹੈ। ਹੁਣ ਸਿੱਖੀ ਕੀ ਹੈ? ਸਾਡੇ ਕੀ ਮਸਲੇ ਨੇ? ਸਿੱਖੀ ਜੰਮੀ ਹੈ ਇੱਕ ਓਂਕਾਰ ਵਿੱਚੋਂ। ਮੈਂ ਤਾਂ ਹੀ ਸਾਰੇ ਸਿੱਖਾਂ ਨੂੰ ਇੱਕ ਬੇਨਤੀ ਕਰਨਾ, ਇੱਕ ਓਂਕਾਰ ਨੂੰ ਸਦਾ ਹੀ ਸਾਹਮਣੇ ਰੱਖੀਏ। ਸਿੱਖੀ ਜੰਮੀ ਹੈ ਇੱਕ ਓਂਕਾਰ ਚੋਂ। ਇਹ ਐਕਸੈਪਟ ਵੀ ਕਰਦੀ ਹੈ, ਇਹ ਨਹੀਂ ਕਹਿੰਦੀ ਵੀ ਕੋਈ ਦੂਜੇ ਹੋਣ ਹੀ ਨਾ, ਨਹੀਂ, ਬਲਕਿ ਸਿੱਖੀ ਤਾਂ ਇਹ ਗੱਲ ਕਹਿੰਦੀ ਹੈ ਭਈ ਤੂੰ ਮੁਸਲਮਾਨ ਹੋਵੇਂ, ਮੈਂ ਤੈਨੂੰ ਕਿਉਂ ਮਿਟਾਉਣਾ ਚਾਹਾਂ? ਤੂੰ ਸੱਚਾ ਮੁਸਲਮਾਨ ਹੋਵੇਂ, ਮੈਂ ਤੈਨੂੰ ਦੱਸਣਾ ਚਾਹੁੰਦਾ ਤੂੰ ਕਿਹੋ ਜਿਹਾ ਮੁਸਲਮਾਨ ਹੋਵੇਂ। ਹੋ ਮੁਸਲਮਾਨ, ਅਸੀਂ ਕਿਉਂ ਤੇਰੀ ਹੋਂਦ ਮਿਟਾਈਏ ਬਈ? ਤੂੰ ਇੱਕ ਹਿੰਦੂ ਹੋਵੇਂ, ਤੂੰ ਕਿਉਂ ਨਾ ਹੋਵੇਂ, ਮੈਂ ਤੈਨੂੰ ਦੱਸਣਾ ਚਾਹੁੰਦਾ, ਬਲਕਿ ਤੂੰ ਹਿੰਦੂ ਇਹੋ ਜਿਹਾ ਬਣ। ਮੈਂ ਤੈਨੂੰ ਮਿਟਾਉਣਾ ਨਹੀਂ ਚਾਹੁੰਦਾ, ਮੈਂ ਤਾਂ ਤੈਨੂੰ ਬਣਾਉਣਾ ਚਾਹੁੰਦਾ। ਸਿੱਖੀ ਐਕਸੈਪਟ ਕਰਦੀ ਹੈ, ਕੋਈ ਇਤਰਾਜ਼ ਨਹੀਂ। ਤੁਸੀਂ ਜਿਵੇਂ ਦੇਖੋ, ਜੋਗੀ ਕਿਵੇਂ ਦਾ, ਰਾਜਾ ਕਿਵੇਂ ਦਾ, ਧੀ ਕਿਹੋ ਜਿਹੀ, ਪੁੱਤ ਕਿਹੋ ਜਿਹਾ, ਹਰ ਗੱਲ ਦਾ ਸਬੂਤ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ। ਇਹ ਐਕਸੈਪਟ ਵੀ ਕਰਦੀ ਹੈ। ਔਰ ਦੂਜੀ ਗੱਲ ਇਹ ਰਿਸਪੈਕਟ ਵੀ ਦਿੰਦੀ ਹੈ। ਜਿਹਨੂੰ ਉਹ ਸ਼ੂਦਰ ਕਹਿੰਦਾ ਹੈ, ਵਿਪਰਵਾਦੀ ਸੋਚ ਉਹਨੂੰ ਸ਼ੂਦਰ ਕਹਿੰਦੀ ਹੈ, ਕਿਰਤਕਾਰ ਕਰਨ ਵਾਲੇ ਨੂੰ। ਗੁਰਮਤਿ ਉਹਨੂੰ ਸੇਵਾਦਾਰ ਕਹਿ ਕੇ ਸਭ ਤੋਂ ਉੱਚੇ ਰੁਤਬੇ 'ਤੇ ਬਿਠਾਉਂਦੀ ਹੈ। ਕਹਿਣ ਲੱਗੇ ਭਲਿਆ ਤੂੰ ਤਾਂ ਬਹੁਤ ਸੁਭਾਗਾ ਹੈ, ਸੇਵਾ ਕਰਨਾ। ਉਹਨੂੰ ਰਿਸਪੈਕਟ ਵੀ ਦਿੰਦੀ ਹੈ। ਔਰ ਤੀਜੀ ਗੱਲ ਉਹਨੂੰ ਪ੍ਰੋਟੈਕਟ ਵੀ ਕਰਦੀ ਹੈ। ਭਲਿਆ ਜੇ ਤੇਰੇ ਤਿਲਕ ਜੰਜੂ ਨੂੰ ਖਤਰਾ ਹੈ, ਇਹਨੂੰ ਬਚਾਉਣ ਵਾਸਤੇ ਅਸੀਂ ਚੱਲਦੇ ਹਾਂ ਤੇਰੇ ਨਾਲ। ਤੂੰ ਤਾਂ ਹੋਂਦ ਨੂੰ ਮਿਟਾਉਣਾ ਚਾਹੁੰਦਾ, ਪਰ ਅਸੀਂ ਪ੍ਰੋਟੈਕਟ ਕਰਨੇ ਆ। ਜਿੱਥੇ ਤੈਨੂੰ ਲੋੜ ਹੈ ਦੱਸ ਕਿੱਥੇ ਖੜੇ ਹੋਈਏ, ਉੱਥੇ ਖੜੇ ਹੋਵਾਂਗੇ। ਸਾਡੀ ਇੱਕ ਲੰਮੀ ਲੜੀ ਹੈ, ਬਚਾ ਬਚਾ ਕੇ ਤੇਰੀ ਝੋਲੀ 'ਚ ਅਸੀਂ ਕੀ ਪਾਇਆ। ਇਹ ਬਹੁਤ ਲੰਮੀ ਲੜੀ ਹੈ। ਬੁਨਿਆਦੀ ਇਹ ਤਿੰਨ ਗੱਲਾਂ ਨੇ। ਜਿਹਨੂੰ ਤੂੰ ਰੋਲਣਾ ਚਾਹੁੰਦਾ, ਸਿੱਖੀ ਉਹਨੂੰ ਚੁੱਕ ਕੇ ਗਲੇ ਲਾਉਣਾ ਚਾਹੁੰਦੀ ਹੈ। ਅੱਗੇ ਗੱਲ ਤੋਰਾਂ। ਲੰਮੇਰੇ ਸਮੇਂ ਤੋਂ ਇਹ ਗੱਲ ਚੱਲਦੀ ਆਈ। ਅਸੀਂ ਤਾਂ ਸਭ ਨੂੰ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਕਿਸੇ ਦੀ ਹੋਂਦ ਨੂੰ ਕਿਉਂ ਮਿਟਾਈਏ। ਰਿਸਪੈਕਟ ਇਸ ਲਈ ਕਰਨੇ ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਨੂੰ ਪ੍ਰੋਟੈਕਟ ਇਸ ਲਈ ਕਰਨੇ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਤੇ ਰੱਬ ਦੀ ਮੌਜ ਵਿੱਚੋਂ ਪੈਦਾ ਹੋਇਆ, ਪਰਮੇਸ਼ਰ ਦੀ ਮੌਜ ਵਿੱਚੋਂ ਪੈਦਾ ਹੋਇਆ। ਮੈਂ ਹੁਣ ਗੱਲ ਨੇੜੇ ਕਰਨੀ ਚਾਹੁੰਦਾ। ਜਦ ਤੋਂ ਸਿੱਖੀ ਦਾ ਜਨਮ ਹੋਇਆ, ਜਦ ਤੋਂ ਇਹ ਜਗਤ ਜਲੰਦੇ ਨੂੰ ਠਾਰਨ ਦੀਆਂ ਅਰਦਾਸਾਂ ਕਰਦੀ ਆ ਰਹੀ ਹੈ, ਮਨੁੱਖਤਾ ਦੇ ਭਲੇ ਦੀਆਂ ਗੱਲਾਂ ਕਰਦੀ ਆ ਰਹੀ ਹੈ। ਲੰਮੇਰਾ ਸਮਾਂ ਬੀਤਿਆ, ਗੁਰੂ ਘਰ ਨੇ ਜੋ ਯੋਗਦਾਨ ਦਿੱਤੇ ਉਹ ਤੋਂ ਅਗਲੀ ਗੱਲ ਕਰੀਏ। ਸਿੱਖ ਕੌਮ ਨੇ ਜਿੱਥੇ ਵੀ ਕਿਤੇ ਲੋੜ ਪਈ ਉੱਥੇ ਆਪਣਾ ਆਪਾ ਵਾਰ ਕੇ ਵੀ ਉਸ ਲੋਕਾਂ ਦੀ ਹਿਫਾਜ਼ਤ ਨੂੰ ਮੁੱਖ ਰੱਖਿਆ। ਜੇ ਖੇਤੀ ਪੱਖੋਂ ਦੇਖੋ ਤਾਂ ਮੇਰਾ ਖਿਆਲ ਵੀ ਜਿਤਨਾ ਅਨਾਜ ਪੰਜਾਬ ਨੇ ਪੈਦਾ ਕੀਤਾ ਹੈ ਉਹ ਬਿਨਾਂ ਮਿਹਨਤ ਤੋਂ ਨਹੀਂ ਹੋਇਆ। ਜੇ ਕਿਸੇ ਵੇਲੇ ਲੁੱਟੇ ਜਾਂਦੇ ਹਾਕਮ ਦੇ ਕੋਲੋਂ ਉਹਨਾਂ ਧੀਆਂ ਦੀਆਂ ਚੀਕਾਂ ਸੁਣ ਕੇ ਕਿਸੇ ਨੇ ਛਡਾਇਆ ਤਾਂ ਸਿੱਖ ਬਾਹਾਂ ਸਨ। ਜੇ ਕਿਸੇ ਨੇ ਕਿਸੇ ਜ਼ਖਮਾਂ ਤੇ ਵੀ ਉਸ ਵੇਲੇ ਮੱਲਮ ਲਾਈ ਤਾਂ ਯਾਦ ਰੱਖਿਓ ਉਹ ਗੁਰੂ ਗੋਬਿੰਦ ਸਿੰਘ ਦੇ ਜਾਇਜ਼ ਸਨ। ਹਰ ਗੱਲ ਵਿੱਚ ਉਹਨਾਂ ਨੇ ਅੱਗੇ ਹੋ ਕੇ ਵਕਤ ਪਾਇਆ। ਮੈਂ ਬਾਰ ਬਾਰ ਗੱਲ ਨੂੰ ਸੰਖੇਪ ਕਰਾਂਗਾ, ਉਸ ਤੋਂ ਅੱਗੇ ਚਲੀਏ। ਜਦ ਤੋਂ ਇਉਂ ਕਹਿ ਲਈਏ, ਜਦ ਤੋਂ ਗੋਰਿਆਂ ਨੇ ਆ ਕੇ ਰਾਜ ਕੀਤਾ, ਸਭ ਤੋਂ ਪਿੱਛੋਂ ਅਗਰ ਗੁਲਾਮੀ
ਡੋਗਰਿਆਂ ਦੇ ਕਾਰਨ ਪਈ ਤਾਂ ਪੰਜਾਬ ਦੇ ਵਾਸੀਆਂ ਨੂੰ ਪਈ। ਸਭ ਤੋਂ ਪਹਿਲਾਂ ਅਗਰ ਆਜ਼ਾਦੀ ਦੀ ਚਿਣਕ ਜਾਗੀ ਤਾਂ ਪੰਜਾਬ ਦੀ ਧਰਤੀ ਤੋਂ ਜਾਗੀ। ਗੋਰਿਆਂ ਨੂੰ ਕੱਢਣ ਦੀ ਗੱਲ, ਆਜ਼ਾਦ ਹੋਣ ਦੀ ਗੱਲ ਉਸ ਤੋਂ ਬਾਅਦ ਵਿੱਚ। ਹੈਰਾਨੀ ਦੀ ਗੱਲ ਹੈ, ਇੰਨੀਆਂ ਕੁਰਬਾਨੀਆਂ, ਇੰਨੀਆਂ ਸ਼ਹਾਦਤਾਂ, ਇਹ ਗੱਲਾਂ ਕਈ ਵਾਰੀ ਦੁਹਰਾਈਆਂ ਜਾ ਚੁੱਕੀਆਂ ਨੇ, ਮੈਂ ਤਾਂ ਇਹਨਾਂ ਨੂੰ ਸੰਖੇਪ ਕਰ ਰਿਹਾ। ਇਹ ਸਭ ਕੁਝ ਦੇ ਕੇ ਜਦੋਂ ਆਪਣੇ ਲਈ ਉਹਨਾਂ ਦੇ ਵਾਅਦਿਆਂ ਨੂੰ ਯਾਦ ਕਰਵਾ ਕੇ ਇੱਕ ਗੱਲ ਮੰਗੀ ਗਈ ਵੀ ਸਾਰੇ ਸੂਬੇ ਬਣਾ ਦਿੱਤੇ, ਸਾਡਾ ਵੀ ਪੰਜਾਬੀ ਸੂਬਾ ਪੰਜਾਬ ਭਾਸ਼ਾ ਦੇ ਨਾਂ 'ਤੇ ਬਣਾ ਦਿਓ। ਯਾਦ ਰੱਖਿਓ, ਸਭ ਤੋਂ ਮਗਰੋਂ ਬਣਾਇਆ ਸਾਰੇ ਬਣ ਗਏ ਸਨ। ਇੱਕ ਇਕੱਲਾ ਗੁਜਰਾਤ ਸੀ ਜਿੱਥੋਂ ਰਾਮ ਲੂ ਨਾਂ ਦਾ ਬੰਦਾ, ਉਹਨਾਂ ਦਾ ਲੀਡਰ ਬੜਾ ਵਫਾਦਾਰ ਸੀ, ਉਹਨੇ ਮਰਨ ਵਰਤ ਰੱਖਿਆ, ਚੜ੍ਹਾਈ ਕਰ ਗਿਆ ਤੇ ਉਹਨੇ ਸੂਬਾ ਲੈ ਲਿਆ ਆਪਣਾ। ਸਾਡੇ ਵਿੱਚੋਂ ਐਸਾ ਨਾ ਹੋ ਸਕਿਆ। ਫਤਿਹ ਸਿੰਘ ਹੋਰੀ ਜਾਂ ਹੋਰਾਂ ਨੇ ਜਿੰਨੀ ਜੱਦੋ ਜਹਿਦ ਕੀਤੀ, ਉਹਦੇ ਵਿੱਚੋਂ ਕਾਮਯਾਬੀ ਨਾ ਮਿਲੀ। ਸਮਾਂ ਲੰਘਿਆ, ਫਿਰ ਉਸ ਤੋਂ ਬਾਅਦ ਵਿੱਚ ਇੱਕ ਵਿਚਾਰ ਜਾਗੀ ਵੀ ਤੁਸੀਂ ਜਦੋਂ ਇੰਨੇ ਆਜ਼ਾਦ ਹੋਏ ਸਾਰੇ ਇਕੱਠੇ, ਤੇ ਇੰਨੇ ਸ਼ਹਿਰ ਤੁਸੀਂ ਆਪਣੇ ਪਵਿੱਤਰ ਬਣਾ ਲਏ, ਸਾਡਾ ਇੱਕ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹਨੂੰ ਪਵਿੱਤਰ ਕਰਾਰ ਦੇ ਦਿਓ। ਅੰਮ੍ਰਿਤਸਰ ਪਵਿੱਤਰ ਕਰਾਰ ਦੇਣ ਦਾ ਅਰਥ ਹੁੰਦਾ ਹੈ ਇਹ ਸਾਡਾ, ਜਿੱਥੇ ਸਾਡੀ ਕੌਮ ਦਾ ਧੁਰਾ ਹੈ ਉੱਥੇ ਅਸੀਂ ਚਾਹੁੰਦੇ ਉਹਦੇ ਨੇੜੇ ਤੇੜੇ ਨਸ਼ੇ ਨਾ ਵਿਕਣ, ਉਹ ਨਸ਼ੇ ਬੰਦ ਹੋਣ। ਹੋਰ ਪਵਿੱਤਰ ਸ਼ਹਿਰ ਦਾ ਮਤਲਬ ਕੋਈ ਖਾਸ ਨਹੀਂ ਹੁੰਦਾ, ਉਹ ਤਾਂ ਆਪਣੇ ਆਪ 'ਚ ਹੀ ਪਵਿੱਤਰ ਹੈ। ਵੀ ਉਹ ਸ਼ਹਿਰ ਦੇ ਨੇੜੇ ਤੇੜੇ ਨਸ਼ੇ ਨਾ ਵਿਕਣ, ਕੋਈ ਇਹੋ ਜਿਹੀ ਚੀਜ਼ ਨਾ ਵਿਕੇ ਜਿਹੜੀ ਵਿਵਰਜਿਤ ਹੋਵੇ ਉਸ ਧਰਮ ਦੇ ਲੋਕਾਂ ਲਈ। ਪਰ ਚੇਤੇ ਰੱਖਿਓ, ਜਦੋਂ ਇਹ ਗੱਲ ਹੋਈ, ਇੱਕ ਗੱਲ ਮੈਂ ਹੋਰ ਬੇਨਤੀ ਕਰਦੇ ਹਾਂ, ਬਹੁਤ ਵਾਰੀ ਸਾਨੂੰ ਇਉਂ ਲੱਗਦਾ ਵੀ ਕਾਂਗਰਸ ਸਾਡੀ ਦੁਸ਼ਮਣ ਹੈ, ਮਾਫ਼ ਕਰਿਓ, ਬਾਕੀ ਵੀ ਸਾਡੇ ਆਪਣੇ ਨਹੀਂ ਹੈ। ਹੁਣ ਉਦੋਂ ਬੀਜੇਪੀ ਵਾਲਿਆਂ ਨੇ ਉਦੋਂ ਜਲੂਸ ਕੱਢੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਔਰ ਉਹਦੇ ਜਲੂਸ ਵਿੱਚ 4 ਨਾਅਰੇ ਲਾਏ ਗਏ ਪ੍ਰਮੁੱਖ ਤੌਰ ਦੇ ਉੱਤੇ। ਉਹ 4 ਨਾਅਰੇ ਸਨ, ਨੱਕ ਤੇ ਮੱਖੀ ਬਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਦੂਜਾ ਨਾਅਰਾ ਲਾਇਆ ਸੀ, ਕੱਛ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਤੀਜਾ ਨਾਅਰਾ ਲਾਇਆ ਸੀ, ਊੜੀ ਈੜੀ ਨਹੀਂ ਪੜेंगे, ਜੂੜੀ ਜੂੜਾ ਕਾਟ ਧरेंगे। ਅਸੀਂ ਨਹੀਂ ਊੜਾ ਪੜेंगे, ਸਿਰ ਤੋਂ ਜੂੜਾ ਵੀ ਕੱਟ ਦੇਾਂਗੇ। चौथा नारा लाया सी, सिगरेट बीड़ी पिएंगे शान से जिएंगे। बहुतात जेडे अजोके ने वो 2 गल्लां कई बारी कह दिंदे ने भई ये गल नूं भुल जाओ। बड़ा दुख लगता है जदों ये गल कहिंदे ने 84 नूं भुल जाओ, तो बड़ा दुख लगता है। किवें भुल जाइए, तुसीं आप इंसाफ करियो। अज आप सोचो, इस गल नूं विचारियो। दूजी बेनती करन लगा सां, ਜਿਹੜੀ कौम सरबत दा भला मंगदी होवे, ਜਿਹੜੀ कौम लंगर विच सब नूं बिठाउंदी होवे, ਜਿਹੜੀ कौम संगत विच सब नूं बिठाउंदी होवे, ਜਿਹੜੀ कौम धार्मिक स्थान बनावे ते दरवाजे 4 रखे, ਜਿਹੜੀ कौम होके लावे ना को बैरी नहीं बेगाना, ਜਿਹੜੀ कौम जंग लड़न आया नूं भी पानी पिलावे, ਜਿਹੜੀ कौम उपदेश भी उपदेश 4 वरना को साझा कहंदी होवे, ਜਿਹੜੀ कौम सारियां नूं गलवकड़ियां पा के मिलदी होवे, वो कौम हथियार चुक के तुर पवे। अतवादी कहने वाले हो, इन्हां हालातां दी कुख नूं फोल के जरूर देखियो। मैं बेनती करन लगा सां, जदों ये हालात बने, सारा कुछ किया, उदों दरबार अमृतसर दे लई पवित्र शहर करार वास्ते एक बेनती की। उदों सानूं ये 4 नारे ला के अमृतसर साहिब की धरती उत्ते उन्होंने जलूस कढ़े। सिखां फिर भी सबर रखिया। मैं कहना धन गुरु दे जाए।
तुसीं विचार के देखियो, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ 17 ਘਟਨਾਵਾਂ ਇਹੋ ਜਿਹੀਆਂ ਘਟੀਆਂ ਹੋਈਆਂ ਨੇ। ਅਗਰ ਕੋਈ ਵੀ ਉਹਨੂੰ ਨਿਰਪੱਖ ਬੰਦਾ ਪੜ੍ਹ ਲਵੇ, ਸੋਚ ਲਵੇ, ਵਿਚਾਰ ਲਵੇ, ਹਰ ਬੰਦੇ ਦਾ ਖੂਨ ਖੌਲ ਜਾਏਗਾ। ਮੈਂ ਵਿੱਚੋਂ ਰੋਕ ਕੇ ਇੱਕ ਗੱਲ ਕਰਨ ਲੱਗਾ। ਜਦੋਂ ਲੋਕਾਂ ਨੇ ਅੱਤ ਦੀ ਇਹ ਗੱਲ ਫੈਲਾਈ ਹੋਈ ਸੀ, ਬਾਬਾ ਜਰਨੈਲ ਸਿੰਘ, ਸੰਤ ਜਰਨੈਲ ਸਿੰਘ ਅੱਤਵਾਦੀ ਹੈ, ਉਦੋਂ ਸੁਬਰਾਮਨੀਅਮ ਉਹਨਾਂ ਨੂੰ ਮਿਲਣ ਆਏ ਸਨ ਤੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਕਰਕੇ ਉਹਨਾਂ ਪਹਿਲੀ ਗੱਲ ਇਹ ਕਹੀ ਸੀ, ਕਹਿਣ ਲੱਗੇ ਜੇ ਸੰਤ ਜਰਨੈਲ ਸਿੰਘ ਅੱਤਵਾਦੀ ਹੈ ਤਾਂ ਸਭ ਤੋਂ ਪਹਿਲਾਂ ਅੱਤਵਾਦੀ ਮੈਂ ਹੋਵਾਂਗਾ। ਮੈਂ ਉਹਨਾਂ ਨਾਲੋਂ ਵੱਡਾ ਅੱਤਵਾਦੀ ਹਾਂ। ਜਿਹੜੀਆਂ ਮੰਗਾਂ ਉਹਨਾਂ ਦੀਆਂ ਨੇ ਉਹਦੇ ਵਿੱਚੋਂ ਇੱਕ ਵੀ ਅਜਿਹੀ ਨਹੀਂ ਹੈ। ਮੈਂ ਬੇਨਤੀ ਕਰਕੇ ਉੱਥੇ ਵਾਪਸ ਚੱਲਾਂ। ਨੰਬਰ 1, ਤੁਹਾਨੂੰ ਵਕਤ ਮਿਲਿਆ ਚਾਟੀਵਿੰਡ ਤੋਂ ਲੈ ਕੇ ਲਛਮਣ ਚੌਂਕ ਤੱਕ ਸੁਖਮਨੀ ਸਾਹਿਬ ਦੇ ਪੰਨੇ ਪਾੜ ਕੇ ਸੁੱਟੇ ਗਏ, ਗੁਟਕੇ ਦੇ ਪੰਨੇ ਪਾੜ ਕੇ ਸੁੱਟੇ ਗਏ। ਧੰਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਉਸ ਵੇਲੇ ਬਰਦਾਸ਼ਤ ਕੀਤਾ। ਫਿਰ ਚੇਤੇ ਰੱਖਿਓ, ਦਰਬਾਰ ਸਾਹਿਬ ਦੇ ਅੰਦਰ ਸਿਗਰਟ ਬੀੜੀਆਂ ਸਿੱਟ ਕੇ ਪ੍ਰਕਰਮਾਂ ਦੇ ਵਿੱਚ ਅੰਦਰ ਪੋਸਟਰ ਲਾਏ ਗਏ ਵੀ ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ। ਧੰਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਫਿਰ ਵੀ ਸਾਫ਼ ਕੀਤਾ, ਪਰ ਇਹੋ ਜਿਹੀ ਕੋਈ ਗੱਲ ਨਾ ਕੀਤੀ। ਤੇ ਕਈ ਮੰਦਰਾਂ ਦੇ ਵਿੱਚ ਗਾਵਾਂ ਦੀਆਂ ਪੂਛਾਂ 'ਚ ਸਿਰ ਵੱਢ ਕੇ ਸੁੱਟੇ ਗਏ ਤੇ ਉੱਥੇ ਸਿੱਖਾਂ ਦੇ ਪੋਸਟਰ ਲਾਏ ਗਏ ਵੀ ਇਹ ਕੰਮ ਇਹਨਾਂ ਨੇ ਕੀਤਾ। ਸਿੱਖ ਨਾ ਤੇ ਗਾਂ ਨੂੰ ਮਾਂ ਮੰਨਦਾ, ਇੱਕ ਪਸ਼ੂ ਬਰਾਬਰ ਦਰਜਾ ਦਿੰਦਾ। ਜੋ ਮੱਝਾਂ ਨੂੰ ਨਹੀਂ ਮਾਰਦਾ ਉਹ ਗਾਵਾਂ ਨੂੰ ਵੀ ਨਹੀਂ ਮਾਰਦਾ। ਸਾਡਾ ਕੋਈ ਵਾਸਤਾ ਨਹੀਂ ਇਹਦੇ ਨਾਲ। ਇੱਕ ਨਹੀਂ, ਇਹੋ ਜਿਹੀਆਂ ਅਣਗਿਣਤ ਘਟਨਾਵਾਂ, ਕਿੰਨੀਆਂ ਘਟਨਾਵਾਂ ਜਿਹੜੀਆਂ ਨੇ ਉਸ ਗੱਲ ਨਾਲ ਵਰਤੀਆਂ, ਪਰ ਗੁਰਸਿੱਖਾਂ ਨੇ ਸਬਰ ਰੱਖਿਆ। ਆਖਰ ਉਹ ਵਕਤ ਬਣਿਆ ਜਦੋਂ 1977 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਟਕਸਾਲ ਦੇ ਮੁਖੀ ਬਣੇ। ਪਹਿਲੇ ਮੁਖੀ ਐਕਸੀਡੈਂਟ ਦੇ ਦਰਮਿਆਨ ਚੜ੍ਹਾਈ ਕਰ ਗਏ। ਹੁਣ ਇਹਨਾਂ ਦੇ ਸਾਹਮਣੇ ਕੌਮ ਦਾ ਦੁਖਾਂਤ ਸਾਹਮਣੇ ਆਇਆ। ਪਹਿਲਾਂ ਇੱਕ ਸਿਮਨ ਬੰਦਗੀ ਵਾਲਾ ਜੀਵਨ ਹੈ, ਪਰ ਜਦੋਂ ਹੁਣ ਕਿਸੇ ਸੰਸਥਾ ਦੇ ਮੁਖੀ ਬਣਨੇ ਹੈ ਤੇ ਉਦੋਂ ਕੌਮੀ ਹਾਲਾਤ ਸਾਹਮਣੇ ਆਏ। ਹੈਰਾਨ ਹੋਏ ਭਈ ਇਤਨੇ ਲੰਮੇ ਸਮੇਂ ਤੋਂ ਇੰਨੀਆਂ ਕੁਰਬਾਨੀਆਂ ਦੇ ਕੇ ਇੰਨਾ ਕੁਛ ਮੰਗਦੇ ਆ ਰਹੇ ਹੋ ਤੇ ਇਹ ਕੁਛ ਵੀ ਦੇਣ ਨੂੰ ਤਿਆਰ ਨਹੀਂ। ਉਦੋਂ ਉਹਨਾਂ ਨੇ ਵਿਚਾਰ ਕੀਤੀ ਵੀ ਨਹੀਂ ਸੱਜਣੋ, ਸਾਨੂੰ ਇਸ ਗੱਲ ਲਈ ਹੁਣ ਸੋਚਣਾ ਵੀ ਚਾਹੀਦਾ ਵੀ ਮੇਰਾ ਮੰਗ ਕੇ ਗੁਜ਼ਾਰਾ ਨਹੀਂ ਹੋਣਾ। ਇੱਕ ਪਲ ਮੈਂ ਰੁਕਣ ਲੱਗਾ, ਗੱਲ ਇੱਥੋਂ ਹੀ ਸ਼ੁਰੂ ਕਰਾਂਗਾ। ਬੜੀ ਤਵੱਜੋ ਦੇ ਕੇ ਸਮਝਿਓ ਮੇਰੀ ਬੇਨਤੀ ਨੂੰ, ਬਹੁਤ ਤਵੱਜੋ ਦੇ ਕੇ। ਲੰਮੇਰਾ ਸਮਾਂ ਹਾਕਮ ਸੋਚਦਾ ਰਿਹਾ ਭਈ ਮੈਂ ਸਿੱਖਾਂ ਨੂੰ ਖਤਮ ਕਿਵੇਂ ਕਰਾਂ। ਉਹਨੇ ਵਿਚਾਰ ਬਣਾਈ ਇਹਨਾਂ ਦੇ ਘਰ ਘਾਟ ਉਜਾੜ ਦਿਓ ਤੇ ਖਤਮ ਹੋ ਜਾਣਗੇ। ਜ਼ਕਰੀਆ ਖਾਂ ਵੇਲੇ ਐਸਾ ਹੋਇਆ, ਘਰ ਘਾਟ ਉਜਾੜ ਦਿੱਤੇ ਗਏ। ਸਿੱਖ ਜੰਗਲਾਂ 'ਚ ਜਾ ਕੇ ਵੀ ਬਚਦੇ ਰਹੇ, ਆਪਣੀ ਹੋਂਦ ਬਰਕਰਾਰ ਰੱਖੀ। ਉਸ ਤੋਂ ਅੱਗੇ ਮੀਰ ਮਨੂੰ ਆਇਆ। ਮੀਰ ਮਨੂੰ ਨੇ ਸੋਚਿਆ ਵੀ ਜੰਗਲਾਂ ਵਿੱਚ ਜਾ ਕੇ ਵੀ ਹੈ ਤਾਂ ਪਰਿਵਾਰਕ ਜੀਵਨ ਇਹਨਾਂ ਦਾ, ਉੱਥੇ ਇਕੱਠੇ ਹੀ ਰਹਿੰਦੇ ਨੇ, ਕਿੰਨਾ ਚੰਗਾ ਹੋਵੇ ਮੈਂ ਇਹਨਾਂ ਦੀਆਂ ਸਿੱਖਾਂ ਦੀਆਂ ਮਾਵਾਂ ਨੂੰ ਜੇਲ੍ਹ ਵਿੱਚ ਲਿਆ ਕੇ ਤੇ ਉਹਨਾਂ 'ਤੇ ਤਸ਼ੱਦਦ ਢਾਵਾਂ, ਉਹ ਸਿੱਖ ਜੰਮਣੀ ਪੈਦਾ ਬੰਦ ਕਰ ਦੇਣ। ਪਰ ਉੱਥੇ ਵੀ ਦੇਖਿਆ, ਮੀਰ ਮਨੂੰ ਹੈਰਾਨ ਹੋਇਆ, ਉਹ ਇਹ ਮਾਵਾਂ ਕਦੇ ਬੰਦ ਨਹੀਂ ਕਰ ਸਕਦੀਆਂ, ਇਹਨਾਂ ਦੀ ਕੁੱਖ ਨੂੰ ਸਲਾਮ। ਫਿਰ ਮੀਰ ਮਨੂੰ ਤੋਂ ਬਾਅਦ ਵਿੱਚ ਅਬਦਾਲੀ ਆਉਂਦਾ। ਅਬਦਾਲੀ ਸੋਚਦਾ ਨਹੀਂ, ਇਹਨਾਂ ਦੇ ਘਰ ਘਾਟ ਉਜਾੜ ਕੇ ਵੀ ਦੇਖ ਲਏ, ਇਹਨਾਂ ਨੂੰ ਇਹਨਾਂ ਦੀਆਂ ਮਾਵਾਂ ਨੂੰ ਸਜ਼ਾਵਾਂ ਦੇ ਕੇ ਵੀ ਦੇਖ ਲਈਆਂ, ਇਹਨਾਂ ਦੇ ਪੁੱਤਾਂ ਦੀਆਂ ਖੋਪਰੀਆਂ ਲਾ ਕੇ ਵੀ ਵੇਖ ਲਈਆਂ, ਇਹ ਨਹੀਂ ਜੇ ਖਤਮ ਹੁੰਦੇ। ਹੁਣ ਇੱਕ ਕੰਮ ਕਰਾਂ, ਜਿੱਥੋਂ ਸਿੱਖ ਪੈਦਾ ਹੁੰਦੇ ਨੇ ਦਰਬਾਰ ਸਾਹਿਬ, ਮੈਂ ਉਹ ਦਰਬਾਰ ਸਾਹਿਬ ਨੂੰ ਖਤਮ ਕਰਾਂ। ਹੁਣ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਲੱਗ ਪਏ। ਚੇਤੇ ਰੱਖਿਓ, ਜਿੱਥੋਂ ਸਿੱਖ ਪੈਦਾ ਹੁੰਦਾ ਹੈ ਇਹਨਾਂ ਨੂੰ ਤਕਲੀਫ ਉੱਥੋਂ ਹੈ। ਹੁਣ ਬਾਬਾ ਜਰਨੈਲ ਸਿੰਘ ਮੁਖੀ ਬਣ ਗਏ ਤੇ ਇਹ ਅੰਮ੍ਰਿਤ ਛਕਾ ਕੇ ਕੌਮ ਦੇ ਵਿੱਚੋਂ ਸਿੱਖ ਪੈਦਾ ਕਰਨ ਲੱਗ ਪਏ। ਕੌਮ ਦੇ ਵਿੱਚੋਂ ਸਿੱਖ ਪੈਦਾ ਕਰਨ ਲੱਗ ਪਏ। ਇੱਕ ਕਿਤਾਬ ਲਿਖੀ ਹੋਈ ਹੈ
पिंडरां वाले दे आखिरी 6 दिन तुसीं पढ़ के देखो। एक छोटा जिहा बच्चा अपने माँ बाप नाल आया ते संत जरनैल सिंह होरां चुक के गोदी 'च अपने कोल बिठा लिया। कोल बिठा के उन्होंने प्यार नाल पुछदे ने, कहण लगे तू कौन है? वो बच्चा जुबानों कहना कहना मैं सचवादी। छोटा जिहा बच्चा है, कहना मैं सचवादी। संत जरनैल सिंह उहदे गल च पाई कृपान पकड़ के, कहने कहने आ काहदे वास्ते पाई है? कहने दुष्टां नूं सोधा लावांगा। हालांकि बोल भी नहीं सकदा सही। जे एक बच्चे दे उत्ते एडा प्रभाव हो सकदा सच दी गल दा, ते बाबा जरनैल सिंह संत जरनैल सिंह होरां ने जदों सिख पैदा कीते, हुण फिर तकलीफ होई भी सिख तां फिर जम्मे जा रहे ने, खंडे बाटे की पौल दी जा रही है। तो सिख जे इन्नी गिणती विच हो गए तो बहुत कुछ सानू औखा हो जाएगा। इसलिए उन्होंने अख हुण इधर भी आ गई। ये नाल नाल बाबा जरनैल सिंह होरां दे सामने एक लम्मी लिस्ट वो भी है जिहड़े लम्मे समय तो अपनियां मंगां मंगते आ रहे हैं, पर इन्हां नूं दिता कुछ भी नहीं जा रहा। हजे भी शायद इन्नी गल अग ना पटकदी। 1977 विच टकसाल दे मुखी बने। 1978 दे विच एक प्रोग्राम करने वास्ते अमृतसर शहर दे विच आग्या दिती गई। वो निरंकारियां दा प्रोग्राम सी। सानू कोई इतराज नहीं किसी नाल। मैं बार बार ही बेनती करना है, इतराज उदों है जदों साडे गलां मैनूं हत्थ पाउण दी कोशिश करदे ने। उन्हां विचों निरंकारी अवतार सिंह उन्हें एक ग्रंथ लिखिया अवतार बाणी, ते उहदे विच इहो जिहियां गल्लां लिखियां अज तक जितने हो गुजरे ने अपना आप ना पा सके। राम रहीम ते नानक वर्गे खुद भी भेद ना जान सके। बहुत ऐसे गल्लां जिहड़ियां ने आपां उन्हां नूं बहुता डिस्कस नहीं करना। ते ऐसे अवतार ये तो अगे गुरबचन उन्हें हद ला दी। ऐसे अवतार से उन्हें 7 सितारे साजे। नाले गल कही सी भी गुरु गोबिंद सिंह ने 5 प्यारे साजे ने, मैं 7 सितारे साजे ने, मैं गुरु तो बड़ा है। तो ये तो अगे गुरबचने ने उन्हें हाजी ला दी। उन्हें अपनी घरवाली नूं एक तकड़ी के परले विच बिठा के दूजे पासे धन दौलत पा के ते उत्ते गुरबाणी की पंक्ति लिख दी, आपे कंडा आप तराजी प्रभ आपे तोल तुलाया। सिखा आख्या तू अपनी घरवाली नूं 100 बारी तोल तकड़ी च, सानू की इतराज है? पर तू गुरबाणी की पंक्ति मैं नहीं वरत सकता। और जिन्नियां भी गल्लां सन भी जदों कोई बैठ के पाठी या कोई गुरु घर का सिख वो बैठ के बाणी पढ़दा है तो इवें लगदा भी जिवें कोई मुर्गा किसी गंदी रूढ़ी नूं फलोड़ लिया होवे। ये सारियां गल्लां पहलां हो चुकियां होईयां ने, सिखां फिर भी बर्दाश्त किया। हुण 1978 दे विच अमृतसर साहिब की शहर की धरती के उत्ते निरंकारियां का प्रोग्राम रखा गया। एक होर शहर भी हो सकता सी, सानू कोई इतराज नहीं, अमृतसर भी कर लो। फिर अगली गल बैसाखी वाले दिनों च रखा गया। पता है भी सिख बैसाखी मनाउंदे ने, खालसे का जन्मदिन मनाउंदे ने। बैसाखी वाले दिन रखा गया तो अपने समागम दे विच वो निरंकारी गुरबचना बहुत कुछ ऐसा कुफर तोल रहा है जो बर्दाश्त नहीं सी किया जा सकता। आखिरकार बाबा जरनैल सिंह जी होरां ने एक उस वक्त के हाकमां नूं सारियां नूं एक इतलाह दी भी ये गलत काम हो रहा है, इन्हां नूं समझाओ। उस वेले होर तां कोई नहीं सी, उमरा नंगल सी बादल उस वेले जो सानू इतिहासक स्रोतां तो पता लगता है वो बंबे सी। मैं साके वाल आउणा चाहुंदा, ਉਹਦਾ ਪਿਛੋਕੜ दसना चाहना। पहला उमरा नंगल ने कहा भी साढ़े बस की गल नहीं, ये उन्होंने इवें करना है। बाबा जरनैल सिंह कह लगे भी कोई गल नहीं, असीं बेनती कर लेने। कुछ अखंड कीर्तनी जत्थे विचों भाई फौजा सिंह की अगवाई विचों
ਤੇ ਕੁਝ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਕੁਝ ਸਿੰਘ ਸਨ ਜਿਹੜੇ ਉਹ ਬੜੇ ਪਿਆਰ ਨਾਲ ਤੋਰੇ ਵੀ ਤੁਸੀਂ ਆਰਾਮ ਨਾਲ ਜਾ ਕੇ ਉਹਨਾਂ ਨੂੰ ਸਮਝਾਇਓ। ਔਰ ਇਹ ਸਿੰਘ ਜਾ ਕੇ ਕੁਝ ਦੂਰੀ ਉੱਤੇ ਬੈਠ ਕੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ, ਬੇਨਤੀ ਕਰ ਰਹੇ ਨੇ ਵੀ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਦੇ ਬੋਲ ਨਾ ਬੋਲਣ, ਆਪਣੇ ਧਰਮ ਦਾ ਪ੍ਰਚਾਰ ਜਿਵੇਂ ਮਰਜ਼ੀ ਕਰਨ, ਪਰ ਕਿਸੇ ਦੇ ਧਰਮ ਦੇ ਬਾਰੇ ਵਿੱਚ ਇਸ ਤਰ੍ਹਾਂ ਦੇ ਬੋਲ ਚੰਗੇ ਨਹੀਂ। ਤੇ ਹੈਰਾਨੀ ਦੀ ਗੱਲ ਹੈ, ਉਹਨਾਂ ਦੀ ਗੱਲ ਸੁਣਨ ਦੀ ਬਜਾਏ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਹਦੇ ਵਿੱਚੋਂ 13 ਸਿੰਘ ਸ਼ਹੀਦ ਹੋ ਗਏ ਤੇ ਕਰੀਬ 70 ਦੇ ਨੇੜੇ ਉਹ ਜ਼ਖਮੀ ਹੋ ਗਏ। ਨਾ ਉੱਥੇ ਕਿਸੇ ਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਸਾਂਭਿਆ, ਨਾ ਕਿਸੇ ਨੇ ਜ਼ਖਮੀਆਂ ਨੂੰ ਸਾਂਭਿਆ, ਬਲਕਿ ਉਸ ਵੇਲੇ ਉਹ ਬਾਬੇ ਨੂੰ ਗੱਡੀ 'ਚ ਬਿਠਾ ਕੇ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ਅਪਣਾਈ। ਫਿਰ ਉਹਦੇ ਤੇ ਕੇਸ ਚੱਲਿਆ, ਕੇਸ ਬਦਲਾ ਕੇ ਕਰਨਾਲ ਕਰ ਦਿੱਤਾ ਗਿਆ। ਕਰਨਾਲ ਦੇ ਜੱਜ ਗੁਪਤੇ ਨੇ ਫੈਸਲਾ ਦਿੱਤਾ ਭਈ ਇਹ ਪ੍ਰੋਗਰਾਮ ਕਰ ਰਹੇ ਸੀ, ਸਿੱਖਾਂ ਨੂੰ ਉੱਥੇ ਜਾ ਕੇ ਦਖਲਅੰਦਾਜ਼ੀ ਨਹੀਂ ਸੀ ਕਰਨੀ ਚਾਹੀਦੀ। ਸਜ਼ਾਵਾਂ ਸਿੱਖਾਂ ਨੂੰ ਮਿਲੀਆਂ, ਉਹਨਾਂ ਨੂੰ ਮੁਕਤ ਆਜ਼ਾਦ ਕਰ ਦਿੱਤਾ। ਜਦੋਂ ਉਹ ਆਜ਼ਾਦ ਹੋ ਕੇ ਗਿਆ, ਆਪਣੇ ਨਾਲ ਦੇ ਬੰਦਿਆਂ ਨੂੰ ਵੀ ਲੈ ਕੇ ਗਿਆ। ਉਦੋਂ ਉਹ ਜਾਂਦਾ ਹੋਇਆ ਫਿਰ ਕਹਿ ਕੇ ਗਿਆ, ਕਹਿੰਦਾ ਤੁਹਾਡੇ ਗੁਰੂ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਛੁਡਵਾਈ ਸੀ, ਮੈਂ ਆਪਣੇ ਵਾਲੇ 70 ਛੁਡਾ ਕੇ ਲੈ ਕੇ ਚੱਲੇ ਆ, ਮੈਂ ਤੁਹਾਡੇ ਗੁਰੂ ਤੋਂ ਫਿਰ ਵੱਡਾ ਹੈ। ਉਦੋਂ ਬਾਬਾ ਜਰਨੈਲ ਸਿੰਘ ਹੋਰਾਂ ਨੇ ਗੱਲ ਕਹੀ, ਕਹਿਣ ਲੱਗੇ ਵੀ ਸੱਜਣੋ, ਰੋਜ਼ ਦਿਹਾੜੇ ਇਸ ਗੱਲ ਨੂੰ ਇਵੇਂ ਬਰਦਾਸ਼ਤ ਕਰੀ ਜਾਓਗੇ, ਇਹ ਇੱਕ ਦਿਨ ਸਿਰ ਤੇ ਪੱਗ ਨਹੀਂ ਰਹਿਣ ਦੇਣਗੇ। ਐਲਾਨ ਹੋਇਆ, ਭਾਈ ਰਣਜੀਤ ਸਿੰਘ ਹੋਰਾਂ ਨੇ ਉਹਦੇ ਡੇਰੇ ਵਿੱਚ ਜਾ ਕੇ ਡਿਊਟੀ ਕੀਤੀ, ਮਿਸਤਰੀ ਦੀ, ਤਰਖਾਣ ਦੀ, ਸਮਾਂ ਪਾ ਕੇ ਹੌਲੀ ਹੌਲੀ ਬਾਹਰੋਂ ਗੰਨ ਦੇ ਪਾਟ ਲਿਜਾ ਕੇ ਤੇ ਆਖਰ ਇੱਕ ਦਿਨ ਉਹਨੂੰ ਸੋਧਾ ਲਾਇਆ। ਨਿਰੰਕਾਰੀ ਨੂੰ ਸੋਧਾ ਲੱਗਿਆ। ਦੂਜੇ ਪਾਸੇ ਅੱਤ ਚੁੱਕੀ ਹੋਈ ਸੀ ਲਾਲਾ ਜਗਤ ਨਾਰਾਇਣ ਨੇ। ਉਸ ਵੇਲੇ ਇਹਦਾ ਅਖਬਾਰ ਸੀ ਜਗ ਬਾਣੀ, ਪਰ ਇਹਨੂੰ ਸਾਰੇ ਸਿੱਖ ਅੱਗ ਬਾਣੀ ਹੀ ਕਹਿੰਦੇ ਸਨ। ਇਹਨੂੰ ਵੀ ਸਿੰਘਾਂ ਨੇ ਸੋਧਾ ਲਾ ਦਿੱਤਾ। ਹੁਣ ਇਹਨਾਂ ਦੋਨਾਂ ਦੇ ਕੇਸ ਸਨ ਜਿਹੜੇ ਉਹ ਬਾਬਾ ਜਰਨੈਲ ਸਿੰਘ ਦੇ ਬਾਜਤ ਤੇ ਜੰਮੇ। ਬਾਬਾ ਜਰਨੈਲ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ, ਸਾਰੀ ਤਫਤੀਸ਼ ਕੀਤੀ। ਜਦੋਂ ਬਿਲਕੁਲ ਕੁਛ ਨਾ ਮਿਲਿਆ ਤੇ ਆਖਰਕਾਰ ਬਰੀ ਕਰ ਦਿੱਤਾ ਗਿਆ। ਇੱਕ ਵਾਰੀ ਗ੍ਰਿਫਤਾਰ ਕਰਕੇ ਬਰੀ ਕੀਤਾ ਹੋਇਆ। ਜਿਹੜੇ ਲੋਕ ਇਹ ਕਹੀ ਜਾਂਦੇ ਨੇ ਵੀ ਉੱਥੋਂ ਗ੍ਰਿਫਤਾਰੀ ਦੇ ਲੈਣੀ ਚਾਹੀਦੀ ਸੀ, ਪਹਿਲਾਂ ਸਾਰੀ ਤਫਤੀਸ਼ ਕਰ ਲਈ, ਕੁਛ ਨਹੀਂ ਮਿਲਿਆ। ਆਖਰ ਇਸ ਤੋਂ ਬਾਅਦ ਵਿੱਚ 1982 ਵਿੱਚ ਇੱਕ ਮੋਰਚਾ ਲੱਗਦਾ ਹੈ। ਮੈਂ ਥੋੜਾ ਜਿਹਾ ਇੱਥੇ ਰੁਕਣ ਲੱਗਾ। ਦੇਖੋ ਕੈਸੀ ਅਜੀਬ ਕਹਾਣੀ ਹੈ। ਇਹ ਸਾਰੀ ਦੁਨੀਆ 'ਚ ਇੱਕ ਅਸੂਲ ਹੈ ਵੀ ਜਿੱਥੇ ਵੀ ਕੋਈ ਕੁਦਰਤੀ ਸਰੋਤ ਹੈ, ਉਹ ਜਿਸ ਇਲਾਕੇ 'ਚ ਸਰੋਤ ਹੈ ਉੱਥੋਂ ਦੇ ਵਸਨੀਕਾਂ ਨੂੰ ਉਹਨੂੰ ਹੱਕ ਹੈ, ਉਹਦੇ ਉੱਤੇ ਹੱਕ ਉਹਦਾ ਹੈ। ਹੁਣ ਪੰਜਾਬ ਦਾ ਤਾਂ ਨਾਂ ਹੀ ਪੰਜਾਬ ਪਾਣੀਆਂ ਦੇ ਨਾਂ 'ਤੇ ਪਿਆ ਹੋਇਆ, ਤੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੋਂ ਪਾਣੀ ਨੇ ਜਿਹੜੇ, ਉਹ ਜਦੋਂ ਗੋਰਿਆਂ ਦਾ ਰਾਜ ਸੀ ਉਦੋਂ ਬੀਕਾਨੇਰ ਨੂੰ ਪਾਣੀ ਦਿੱਤਾ ਜਾਂਦਾ ਸੀ, ਪਰ ਚੇਤੇ ਰੱਖਿਓ ਉਦੋਂ ਮੁੱਲ ਦਿੱਤਾ ਜਾਂਦਾ ਸੀ, ਉਹਦਾ ਮੁੱਲ ਮਿਲਦਾ ਸੀ ਪੰਜਾਬ ਨੂੰ। ਜਦੋਂ ਇਹ ਦੂਜੀਆਂ ਸਰਕਾਰਾਂ ਆਈਆਂ, ਇਹਨਾਂ ਨੇ ਹੁਣ ਪੰਜਾਬ ਦਾ ਪਾਣੀ ਬਹੁਤਾ ਬਾਹਰ ਦੇਣਾ ਸ਼ੁਰੂ ਕਰ ਦਿੱਤਾ, ਤੇ ਕੁਝ ਵੀ ਨਹੀਂ ਨਾਲ ਫਰੀ 'ਚ। ਉਦੋਂ ਸਿੱਖਾਂ ਨੇ SYL ਉਹ ਨਿਕਲਣ ਲੱਗੀ ਸੀ ਨਹਿਰ, ਉਹਦੇ ਰੋਕ ਵਾਸਤੇ ਇਹਨਾਂ ਨੇ ਜਾ ਕੇ ਕੋਸ਼ਿਸ਼ ਕੀਤੀ ਵੀ ਉਹਨੂੰ ਬੰਦ ਕਰਾਇਆ ਜਾਏ। ਕਪੂਰੀ ਦੇ ਵਿੱਚ ਅਚਾਨਕ ਹੀ ਉਹਨਾਂ ਦਿਨਾਂ ਵਿੱਚ ਕੁਝ ਟਕਸਾਲ ਦੇ ਸਿੰਘ ਵੀ ਸਰਕਾਰ ਨੇ ਗ੍ਰਿਫਤਾਰ ਕਰ ਲਏ। ਉਹਨਾਂ ਨੂੰ ਛਡਾਉਣ ਵਾਸਤੇ ਬਾਬਾ ਜਰਨੈਲ ਸਿੰਘ ਹੋਰਾਂ ਨੇ ਵੀ ਮੋਰਚਾ ਲਾ ਲਿਆ, ਤੇ ਇੱਧਰਲੇ ਪਾਸੇ ਪਾਣੀ ਦੀ ਵੰਡ ਨੂੰ ਰੋਕਣ ਵਾਸਤੇ ਅਕਾਲੀਆਂ ਨੇ ਵੀ ਮੋਰਚਾ ਲਾ ਲਿਆ। ਪਰ ਉਹਨਾਂ ਦੀਆਂ ਝੂਠੀਆਂ ਗੱਲਾਂ ਦੇ ਵਿੱਚ ਦਮ ਨਹੀਂ ਸੀ, ਤੇ ਉਹ ਜਿਹੜਾ ਮੈਂ ਇੱਕੋ ਹੀ ਬਿਆਨ ਦੀ ਗੱਲ ਕਰ ਸਕਾਂਗਾ, ਸਿਰਫ ਇੱਕ ਬਿਆਨ ਦੀ ਗੱਲ। ਜਦੋਂ ਮੋਰਚਾ ਲੱਗਿਆ, ਲੌਂਗੋਵਾਲ ਨੇ ਇੱਕ ਸਪੀਚ ਦਿੱਤੀ, ਕਹਿਣ ਲੱਗੇ ਵੀ ਮੈਨੂੰ ਲੱਗਦਾ ਹੈ ਸਾਨੂੰ ਪੰਜਾਬ ਦੇ ਵਿੱਚੋਂ ਇੱਕ ਘਰ ਵਿੱਚੋਂ ਇੱਕ ਬੰਦਾ ਗ੍ਰਿਫਤਾਰੀ ਦੇਣ ਵਾਸਤੇ ਜਾਣਾ ਚਾਹੀਦਾ, ਮੋਰਚਾ ਤਾਂ ਕਾਮਯਾਬ ਹੋਏਗਾ।
ਉਹਨੇ ਅੱਧੇ ਪੌਣੇ ਘੰਟੇ ਸਪੀਚ ਦਿੱਤੀ, ਕਈ ਕੁਛ ਉਹਨੇ ਬਿਆਨ ਕੀਤਾ, ਵਿੱਚੋਂ ਇਹ ਗੱਲ ਕਹੀ ਜਿਹੜੀ ਖਾਸ ਸੀ। ਬਾਬਾ ਜਰਨੈਲ ਸਿੰਘ ਹੋਰਾਂ ਨੂੰ ਕਿਹਾ ਵੀ ਤੁਸੀਂ ਵੀ ਬੋਲੋ। ਬਾਬਾ ਜਰਨੈਲ ਸਿੰਘ ਹੋਰੀ ਹੱਸ ਕੇ ਕਹਿਣ ਲੱਗੇ, ਬਈ ਲੌਂਗੋਵਾਲ ਜੀ ਤੁਸੀਂ ਆਪਣੀ ਗੱਲ 'ਚ ਦਮ ਰੱਖੋ। ਤੁਸੀਂ ਤਾਂ ਇਹ ਕਹਿੰਦੇ ਹੋ ਨਾ ਵੀ ਇੱਕ ਘਰ 'ਚੋਂ ਇੱਕ ਬੰਦਾ ਗਿਰਫਤਾਰੀ ਦੇਗਾ। ਮੈਨੂੰ ਇਉਂ ਲੱਗਦਾ ਵੀ ਆਪਾਂ ਨੂੰ ਇਉਂ ਕਹਿਣਾ ਪੈਣਾ ਵੀ ਇੱਕ ਘਰ 'ਚ ਇੱਕ ਬੰਦਾ ਤਾਂ ਕਮ ਸੇ ਕਮ ਰਹਿ ਜਾਓ, ਪਰਿਵਾਰਾਂ ਦੇ ਪਰਿਵਾਰ ਗਿਰਫਤਾਰੀ ਦੇਣਗੇ। ਤੁਸੀਂ ਆਪਣੇ ਵਿੱਚ ਜੁਰਤ ਤਾਂ ਰੱਖੋ, ਤੁਹਾਡੀ ਗੱਲ 'ਚ ਦਮ ਹੋਣਾ ਚਾਹੀਦਾ ਹੈ, ਤੁਸੀਂ ਆਪਣੇ ਵਿੱਚ ਪਿਆਰ ਰੱਖੋ। ਯਾਦ ਰੱਖਿਓ, ਸਾਨੂੰ ਇਹ ਕਹਿਣਾ ਪਵੇਗਾ ਵੀ ਕਮ ਸੇ ਕਮ ਘਰ ਵਿੱਚ ਇੱਕ ਬੰਦਾ ਤਾਂ ਰਹਿ ਜਾਏ, ਸਾਰੇ ਦਾ ਸਾਰਾ ਪਰਿਵਾਰ ਗਿਰਫਤਾਰੀਆਂ ਦੇਵੇਗਾ। ਇਹਨਾਂ ਲੀਡਰਾਂ ਨੂੰ ਇਉਂ ਲੱਗਿਆ ਵੀ ਸਾਡਾ ਜਿਹੜਾ ਮੋਰਚਾ ਕਾਮਯਾਬ ਨਹੀਂ ਹੋਣਾ, ਬਾਬਾ ਜਰਨੈਲ ਸਿੰਘ ਦਾ ਮੋਰਚਾ ਕਾਮਯਾਬ ਹੋ ਜਾਣਾ। ਇਹਨਾਂ ਦਾ ਪ੍ਰਭਾਵ ਹੈ ਅਤੇ ਇਹਨਾਂ ਵਾਲੇ ਪਾਸੇ ਦੁਨੀਆ ਦਾ ਝੁਕਾਅ ਹੋ ਜਾਣਾ। ਉਹਨਾਂ ਨੇ ਆਪਣਾ ਮੋਰਚਾ ਬਾਬਾ ਜਰਨੈਲ ਸਿੰਘ ਦੇ ਮੋਰਚੇ ਵਿੱਚ ਮਰਜ ਕਰ ਲਿਆ, ਇੱਕ ਮੋਰਚਾ ਬਣ ਗਿਆ, ਧਰਮ ਯੁੱਧ ਮੋਰਚਾ ਬਣ ਗਿਆ। ਇਹਦੇ ਲਈ ਹੁਣ ਇਹ ਗੱਲ ਚੱਲ ਰਹੀ ਸੀ, ਸਾਰਿਆਂ ਇਕੱਠੇ ਹੋ ਕੇ ਇੱਕ ਵਿਚਾਰ ਬਣਾਈ। ਲੌਂਗੋਵਾਲ ਸਮਝੌਤਾ ਹੋਇਆ, ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਹ ਵੀ ਲਾਗੂ ਨਾ ਹੋ ਸਕਿਆ। ਬਾਅਦ ਵਿੱਚ ਗੱਲ ਬਣੀ ਭਈ ਆਪਾਂ ਨੂੰ ਇੱਕ ਆਨੰਦਪੁਰ ਸਾਹਿਬ ਦਾ ਮਤਾ ਤਿਆਰ ਕਰਨਾ ਚਾਹੀਦਾ ਹੈ। ਇਹ ਮਤਾ ਸਰਦਾਰ ਕਪੂਰ ਸਿੰਘ ਹੋਰਾਂ ਨੇ ਲਿਖਿਆ ਸੀ। ਬਹੁਤ ਜ਼ਿਆਦਾ ਸਿਆਣਾ ਬੰਦਾ ਹੈ, ਉਹਦੀਆਂ ਕਿਤਾਬਾਂ ਅੱਜ ਵੀ ਪੜ੍ਹੋ, ਉਹਦੀ ਲਿਆਕਤ ਝਲਕਦੀ ਵਿੱਚੋਂ। ਇੱਕ ਇੱਕ ਗੱਲ ਉਸ ਬੰਦੇ ਦੀ ਬਹੁਤ ਕਮਾਲ ਦੀ ਹੈ। ਤੇ ਉਸ ਸਰਦਾਰ ਕਪੂਰ ਸਿੰਘ ਦਾ ਲਿਖਿਆ ਹੋਇਆ ਆਨੰਦਪੁਰ ਸਾਹਿਬ ਦਾ ਮਤਾ, ਉਹਦੀਆਂ ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਤੁਹਾਨੂੰ ਕਰਨ ਲੱਗਾ। ਪ੍ਰਮੁੱਖ ਤੌਰ 'ਤੇ ਕੁਝ ਮੰਗਾਂ ਨੇ ਜਿਹੜੀਆਂ ਅੱਜ ਵੀ YouTube 'ਤੇ ਤੁਸੀਂ ਪੜ੍ਹ ਸਕਦੇ ਹੋ। ਉਹ 'ਚੋਂ ਪਹਿਲੀ ਮੰਗ ਸੀ ਭਈ ਜਿਹੜਾ ਇੱਥੇ ਖੁਦ ਮੁਖਤਿਆਰੀ ਦਿੱਤੀ ਜਾਵੇ, ਇੱਕ ਸਟੇਟ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ, ਉਹ ਜਿੱਥੇ ਚਾਹਵੇ ਤੇ ਆਪਣੀ ਫਸਲ ਵੇਚ ਸਕਦਾ ਤੇ ਲਿਜਾ ਸਕਦਾ। ਦੂਜੀ ਗੱਲ, ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ। ਤੀਜੀ ਗੱਲ, ਕੋਈ ਵੀ ਧੀ ਭੈਣ ਕਿਸੇ ਥਾਣੇ ਵਿੱਚ ਰਾਤ ਨਹੀਂ ਕੱਟੇਗੀ। ਅਗਰ ਉਹਨੂੰ ਕੋਈ ਅਦਾਲਤ ਸਜ਼ਾ ਦਿੰਦੀ, ਜੇਲ੍ਹ ਵਿੱਚ ਜਾਵੇ, ਗੱਲ ਵੱਖਰੀ ਹੈ, ਪਰ ਉਹ ਥਾਣੇ ਵਿੱਚ ਰਾਤ ਨਹੀਂ ਕੱਟੇਗੀ। ਦੱਸੋ, ਇਹ ਇਕੱਲੇ ਸਿੱਖ ਦੀ ਮੰਗ ਸੀ? ਅਗਲੀ ਗੱਲ, ਵੀ ਜਿਹੜੇ ਲੋਕ ਪੱਕੇ ਤੌਰ 'ਤੇ ਨਸ਼ੇ ਖਾਂਦੇ ਨੇ, ਉਹਨਾਂ ਦਾ ਸਰਕਾਰ ਲਾਇਸੈਂਸ ਬਣਾ ਕੇ ਦੇਵੇ ਅਤੇ ਉਹਨਾਂ ਨੂੰ ਨਸ਼ਾ ਮਿਲੇ, ਪਰ ਅਸੀਂ ਆਪਣੀਆਂ ਬਾਕੀਆਂ ਪੀੜ੍ਹੀਆਂ ਬਚਾ ਸਕੀਏ ਅਤੇ ਉਹਨਾਂ ਦੀ ID ਦੇਖ ਕੇ ਨਸ਼ਾ ਦਿੱਤਾ ਜਾਵੇ। ਉਹਨੂੰ ਇਵੇਂ ਨਾ ਨਸ਼ਾ ਦਿੱਤਾ ਜਾਵੇ, ਬਾਕੀ ਸਾਰੀਆਂ ਥਾਵਾਂ 'ਤੇ ਨਸ਼ੇ ਦੀ ਪਾਬੰਦੀ ਹੋਵੇ। ਹੁਣ ਦੱਸੋ, ਇਹ ਇਕੱਲੇ ਅੱਤਵਾਦੀਆਂ ਦੀ ਗੱਲ ਹੈ? ਇਹ 'ਚ ਕਿਹੜੀ ਤੁਹਾਨੂੰ ਗੱਲ ਝਲਕਦੀ ਹੈ? ਅਗਲੀ ਗੱਲ, ਭਈ ਜਿਹੜੇ ਵਿਦਿਆਰਥੀ ਬਹੁਤ ਲਾਇਕ ਨੇ ਉਹਨਾਂ ਨੂੰ ਵਜ਼ੀਫਾ ਦਿੱਤਾ ਜਾਵੇ। ਜਿਹੜੇ ਵਿਦਿਆਰਥੀ ਬਹੁਤ ਲਾਇਕ ਪੜ੍ਹ ਕੇ ਕਿਸੇ ਡਿਗਰੀਆਂ ਨੂੰ ਹਾਸਲ ਕਰਕੇ ਵਿਹਲੇ ਬੈਠੇ, ਨੌਕਰੀਆਂ ਨਹੀਂ ਮਿਲਦੀਆਂ, ਉਹਨਾਂ ਨੂੰ ਸਰਕਾਰੀ ਭੱਤਾ ਦਿੱਤਾ ਜਾਏ ਤਾਂ ਕਿ ਉਹਨਾਂ ਦੇ ਮਾਂ-ਬਾਪ ਆਤਮ ਹੱਤਿਆ ਕਰਨ 'ਤੇ ਮਜਬੂਰ ਨਾ ਹੋਣ, ਉਹ ਨੌਜਵਾਨ ਕਿਸੇ ਗਲਤ ਪਾਸੇ ਨਾ ਜਾਣ। ਇਹ 'ਚੋਂ ਕਿਹੜੀ ਮੰਗ ਹੈ ਜਿਹੜੀ ਇਕੱਲੀ ਸਿੱਖਾਂ ਦੀ ਹੈ? ਔਰ ਚੇਤਾ ਰੱਖਿਓ, ਜੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਉੱਥੇ ਬਹੁਤੇ ਸਿੱਖ ਨੇ ਜਿਹੜੇ ਖੇਤੀ ਕਰਦੇ ਨੇ, ਖੇਤੀ ਨਾਲ ਸੰਬੰਧਿਤ ਨੇ, ਪਰ ਉੱਥੇ ਇੱਕ ਬਾਬਾ ਜਰਨੈਲ ਸਿੰਘ ਇੱਕ ਮਤਾ ਪਾਸ ਕਰਵਾ ਰਹੇ ਨੇ ਆਨੰਦਪੁਰ ਸਾਹਿਬ ਦੇ ਵਿੱਚ। ਇਹ ਮਤਾ ਹੈ ਵੀ ਜਿਹੜੇ ਛੋਟੇ ਦੁਕਾਨਦਾਰ ਨੇ ਉਹ ਵਪਾਰ ਸੌਖੇ ਢੰਗ ਨਾਲ ਕਰ ਸਕਣ, ਉਹਨਾਂ ਨੂੰ ਚੁੰਗੀ ਮੁਕਤ ਕਰਨਾ ਚਾਹੀਦਾ, ਉਹਨਾਂ 'ਤੇ ਚੁੰਗੀ ਨਹੀਂ ਲੱਗਣੀ ਚਾਹੀਦੀ। ਕਿਹੜਾ ਅੱਤਵਾਦ ਇਹਦੇ 'ਚ? ਇਹ ਸਾਰੀਆਂ ਮੰਗਾਂ, ਇਹਨਾਂ 'ਚੋਂ ਕੁਛ ਤਾਂ ਇੱਕ ਮੈਂ ਜ਼ਿਕਰ ਕੀਤਾ, ਤੁਹਾਡੇ ਨਾਲ ਸਾਂਝਾ ਕੀਤਾ, ਬਾਕੀ ਵੀ ਐਸੀਆਂ ਨੇ ਵੀ ਸਾਰੇ ਧਾਰਮਿਕ ਸਥਾਨ ਆਪੋ ਆਪਣੀ ਜਗ੍ਹਾ 'ਤੇ ਆਜ਼ਾਦ ਹੋਣੇ ਚਾਹੀਦੇ ਨੇ, ਇਤਿਹਾਦਕ। ਹੁਣ ਇਹ ਸਾਰੀਆਂ ਮੰਗਾਂ ਰੱਖ ਕੇ ਤੇ ਜਦੋਂ ਇਹ ਸਰਕਾਰ ਨਾਲ ਗੱਲ ਕੀਤੀ, ਅੱਗੇ ਉਹਨਾਂ ਨੇ ਮੀਡੀਆ ਵਿੱਚ ਇਸ ਢੰਗ ਨਾਲ ਪੇਸ਼ ਕੀਤਾ ਭਈ ਇਹ ਤਾਂ ਇੱਕ ਵੱਖਰਾ ਆਪਣਾ ਦੇਸ਼ ਮੰਗਦੇ ਨੇ, ਅੱਤਵਾਦ ਕਹਿ ਕੇ, ਅੱਤਵਾਦੀ ਕਹਿ ਕੇ ਉਹਨਾਂ ਨੂੰ ਪ੍ਰਚਾਰਿਆ ਗਿਆ। ਸਮਾਂ ਬੀਤਿਆ, ਆਖਿਰਕਾਰ
ਜਦੋਂ ਇਹਨਾਂ ਨੇ ਸਿੱਖਾਂ ਦੇ ਭੇਸ ਵਿੱਚ ਕੁਝ ਬੰਦੇ ਬਣਾ ਕੇ ਆਪਣੇ ਤੇ ਉਹ ਭੇਜੇ ਵੀ ਜਿਵੇਂ ਚੱਲਦੀ ਬੱਸ ਵਿੱਚੋਂ ਕਿਸੇ ਹਿੰਦੂਆਂ ਨੂੰ ਲਾ ਕੇ ਤੇ ਉਹਨਾਂ ਨੂੰ ਮਾਰ ਦੇਣਾ। ਤੁਹਾਨੂੰ ਵਕਤ ਮਿਲਿਆ ਕਿਤਾਬ ਪੜ੍ਹਿਓ ਜੇ, ਉਹ ਕਿਤਾਬ ਦਾ ਨਾਮ ਹੈ ਸਾਕਾ 84। ਉਹ 'ਚ ਵੱਖੋ ਵੱਖਰੇ ਵਿਦਵਾਨਾਂ ਦੇ ਲੇਖ ਨੇ। ਉਹਦਾ ਸੰਪਾਦਕ ਹੈ ਪ੍ਰਭ ਸ਼ਰਨਬੀਰ ਸਿੰਘ। ਬੜੀ ਕਮਾਲ ਦੀ ਕਿਤਾਬ ਹੈ, ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ। ਇੱਕ ਕਿਤਾਬ ਹੈ ਬਹੁਤ ਆਲਾ ਕਿਸਮ ਦੀ ਲਿਖੀ, ਮਾਰਕਸ ਟੱਲੀ ਤੇ ਸਤੀਸ਼ ਜੈਕਬ ਦੀ, ਇੰਦਰਾ ਗਾਂਧੀ ਦੀ ਆਖਰੀ ਲੜਾਈ। ਉਹ 'ਚ ਉਹਨਾਂ ਜ਼ਿਕਰ ਕੀਤਾ ਹੋਇਆ ਵੀ ਕਿਵੇਂ ਕਿਵੇਂ ਸਿੱਖਾਂ ਦੇ ਭੇਸ ਵਿੱਚ ਬੰਦੇ ਬੁਲਾ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ। ਖੈਰ ਆਪਾਂ ਅੱਗੇ ਚੱਲੀਏ। ਇਹ ਵੀ ਜਿਹੜੀ ਗੱਲ ਪ੍ਰਗਟ ਕੀਤੀ ਗਈ ਹੈ ਵੀ ਦਰਬਾਰ ਸਾਹਿਬ ਦੇ ਵਿੱਚੋਂ ਕੁਝ ਬੀਬੀਆਂ ਨਿਕਲੀਆਂ ਸਨ, ਦਰਬਾਰ ਸਾਹਿਬ ਦੇ ਵਿੱਚੋਂ ਕੁਝ ਲਾਸ਼ਾਂ ਨਿਕਲੀਆਂ ਸਨ, ਦਰਬਾਰ ਸਾਹਿਬ ਦੇ ਵਿੱਚੋਂ ਕੁਝ ਇੱਕ ਨਸ਼ੇ ਨਿਕਲੇ ਸਨ। ਤੁਹਾਨੂੰ ਵਕਤ ਮਿਲਿਆ, ਇੱਕ ਉਸ ਵੇਲੇ ਦਾ ਬਹੁਤ ਉੱਘਾ ਪੱਤਰਕਾਰ ਹੈ ਚੰਦਰ ਵੈਦਿਆ ਹੈ। ਉਸ ਵੇਲੇ ਦਾ ਬੜਾ ਉੱਘਾ ਪੱਤਰਕਾਰ ਹੈ ਚੰਦਰ ਵੈਦਿਆ ਹੈ। ਉਹਨੂੰ ਪ੍ਰੈਸ਼ਰ ਦਿੱਤਾ ਗਿਆ। ਉਹ ਉਸ ਵੇਲੇ ਦੂਰਦਰਸ਼ਨ ਦਾ ਉਹ ਮੁਖੀਆ ਹੈ, ਪਤਾ ਨਹੀਂ ਉਹਨੂੰ ਕੀ ਕਹਿੰਦੇ ਹੋਣਗੇ, ਡਾਇਰੈਕਟਰ ਕਹਿੰਦੇ ਹੋਣਗੇ ਜਾਂ ਕੁਛ ਵੀ। ਉਸ ਵੇਲੇ ਦਾ ਮੁਖੀ ਹੈ। ਉਹ 'ਤੇ ਪ੍ਰੈਸ਼ਰ ਦਿੱਤਾ ਗਿਆ ਭਈ ਤੂੰ ਇਹ ਦਰਬਾਰ ਸਾਹਿਬ ਦੀਆਂ ਸਾਰੀਆਂ ਖਬਰਾਂ ਲਾਉਣੀਆਂ ਨੇ। ਉਹ ਆਪਣਾ ਸਮਾਨ ਲੈ ਕੇ ਚਲਾ ਗਿਆ। ਜਦੋਂ ਸੱਚ ਦਿਖਾਉਣ ਲੱਗਿਆ ਉਹਨੂੰ ਉਸੇ ਵੇਲੇ ਬੰਦ ਕਰਵਾ ਦਿੱਤਾ, ਉਹਨੂੰ ਵਾਪਸ ਭੇਜਿਆ। ਪਰ ਉਹਨੇ ਲਿਖਿਆ, ਕਹਿਣ ਲੱਗੇ ਮੇਰੇ 'ਤੇ ਪ੍ਰੈਸ਼ਰ ਪਾਇਆ ਗਿਆ ਵੀ ਜਿਹੜਾ ਪਾਕਿਸਤਾਨ ਤੋਂ ਆਇਆ ਹੋਇਆ ਨਸ਼ਾ ਪਕੜਿਆ ਗਿਆ ਉਹ ਪ੍ਰਗਟ ਕਰੋ ਵੀ ਦਰਬਾਰ ਸਾਹਿਬ ਦੇ ਵਿੱਚੋਂ ਮਿਲਿਆ। ਚੰਦਰ ਵੈਦਿਆ ਕੁਰਲਾ ਉੱਠਿਆ, ਕਹਿਣ ਲੱਗਿਆ ਸੱਚ ਦਾ ਮੰਦਰ ਹੋਵੇ ਜਿੱਥੇ ਰੱਬ ਦੀਆਂ ਗੱਲਾਂ ਹੁੰਦੀਆਂ ਹੋਣ, ਜਿੱਥੇ ਇਨਸਾਨੀਅਤ ਝੁਕਦੀ ਹੋਵੇ, ਮੈਂ ਉੱਥੇ ਏਡੀ ਵੱਡੀ ਖੇਪ ਨਸ਼ਿਆਂ ਦੀ ਨਹੀਂ ਪਾ ਸਕਦਾ। ਚੰਦਰ ਵੈਦਿਆ ਦੀ ਆਪਣੀ ਲਿਖੀ ਹੋਈ ਗੱਲ ਹੈ। ਉਹ ਪ੍ਰੈਸ਼ਰ ਦੇ ਰਹੀ ਹੈ ਸਰਕਾਰ ਚੰਦਰ ਵੈਦਿਆ ਨੂੰ ਵੀ ਤੂੰ ਲਿਖ, ਇੱਥੋਂ ਉਹ ਬੱਚੀਆਂ ਮਿਲੀਆਂ ਨੇ, ਉਹ ਧੀਆਂ ਮਿਲੀਆਂ ਨੇ ਜਿਨ੍ਹਾਂ ਦੀ ਪੱਤ ਲੁੱਟੀ ਗਈ। ਉਹ ਨਹੀਂ ਸੀ ਐਸਾ, ਨਹੀਂ ਸੀ ਐਸਾ। ਗੱਲ ਅੱਗੇ ਤੋਰਾਂ। ਉਸ ਤੋਂ ਬਾਅਦ ਵਿੱਚ ਗੱਲ ਚੱਲੀ, ਜਦੋਂ ਸਿੰਘਾਂ ਨੂੰ ਵੀ ਮੁਕਤ ਨਾ ਕੀਤਾ ਗਿਆ, ਅਣਗਿਣਤ ਇਹੋ ਜਿਹੇ ਕਾਰਨਾਮੇ ਵਰਤੇ, ਤਾਂ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਸਿੰਘਾਂ ਦਾ ਵਾਸਾ ਹੈ। ਹੁਣ ਸਾਨੂੰ ਆਮ ਕਰਕੇ ਲੱਗਦਾ ਹੈ ਭਈ ਇਹ ਸ਼ਾਇਦ ਇਹ ਕੁਛ ਦਿਨਾਂ ਦੀ ਗੱਲ ਹੈ। ਨਹੀਂ, ਮੈਂ ਨਾਲ ਦੀ ਨਾਲ ਤਾਂ ਨਾਂ ਲੈ ਰਿਹਾ ਤਾਂ ਕਿ ਪਤਾ ਲੱਗ ਜਾਏ। ਗੁਰਦੇਵ ਸਿੰਘ ਮਾਨ ਉਦੋਂ ਡਿਪਟੀ ਕਮਿਸ਼ਨਰ ਹੈ ਅੰਮ੍ਰਿਤਸਰ ਸਾਹਿਬ ਦਾ। ਇਹ ਉਦੋਂ ਡਿਪਟੀ ਕਮਿਸ਼ਨਰ ਸੀ। ਗੁਰਦੇਵ ਸਿੰਘ ਮਾਨ ਨੂੰ ਕੁਲਦੀਪ ਬਰਾੜ ਇਹ ਇੱਕ ਮੀਟਿੰਗ ਕਰਕੇ ਪੁੱਛਦੇ ਨੇ। ਪਹਿਲਾਂ ਇਸ ਤੋਂ ਕਈ ਮੀਟਿੰਗਾਂ ਹੋਈਆਂ। ਹੁਣ ਗੁਰਦੇਵ ਸਿੰਘ ਮਾਨ ਉੱਥੇ ਇੱਕ ਗੱਲ ਸਪਸ਼ਟ ਕਰਦਾ ਹੈ, ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਜਨਰਲ ਵੈਦਿਆ ਅੰਮ੍ਰਿਤਸਰ ਦੇ ਵਿੱਚ ਇੰਨੇ ਗੇੜੇ ਕਿਉਂ ਮਾਰ ਰਿਹਾ ਹੈ, ਕਿਉਂਕਿ ਸਥਾਨਕ ਪੁਲਿਸ ਨੂੰ ਤਾਂ ਸੂਚਿਤ ਕਰਨਾ ਹੀ ਪੈਂਦਾ ਜਦੋਂ ਕੋਈ ਵੱਡਾ ਅਫਸਰ ਆਵੇ। ਉਹ ਕਹਿੰਦਾ ਮੈਂ ਹੈਰਾਨ ਸੀ ਵੀ ਕਿਉਂ ਇੰਨੇ ਗੇੜੇ ਮਾਰ ਰਹੇ ਆ, ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ। ਫਿਰ ਉਸ ਤੋਂ ਬਾਅਦ ਵਿੱਚ ਕੁਲਦੀਪ ਬਰਾੜ ਕਿਉਂ ਇੰਨੇ ਗੇੜੇ ਮਾਰ ਰਹੇ ਆ, ਕਹਿੰਦੇ 15 ਜਨਵਰੀ 1984 ਨੂੰ ਜਨਰਲ ਵੈਦਿਆ ਨੂੰ ਸਾਰਾ ਦਰਬਾਰ ਸਾਹਿਬ ਸਭ ਕੁਝ ਦਿਖਾ ਦਿੱਤਾ ਗਿਆ ਸੀ ਭਈ ਇਹ ਕੁਛ ਹੈ ਇੱਥੋਂ ਦੀ ਕਹਾਣੀ, ਤੇ ਆਪਾਂ ਇੱਥੇ ਇਹ ਕਹਿਰ ਵਰਤਾਉਣਾ ਹੈ। ਇਹ 15 ਜਨਵਰੀ ਤੋਂ ਹੈ ਸ਼ੁਰੂ ਕੀਤਾ ਹੋਇਆ। ਜੂਨ ਮਹੀਨੇ ਜਾ ਕੇ ਅਟੈਕ ਹੁੰਦਾ। ਦੇਖੋ ਕਦੋਂ ਦੀ ਤਿਆਰੀ ਹੈ। ਫਿਰ ਕੁਝ ਸਾਰੀ ਫੌਜ ਵਿੱਚੋਂ ਕਮਾਂਡੋ ਚੁਣੇ ਗਏ, ਜਿਹੜੇ ਚੇਤੇ ਰੱਖਿਓ ਜੇ ਦੇਹਰਾਦੂਨ ਦੇ ਲਾਗੇ ਇੱਕ ਇਲਾਕੇ ਦਾ ਨਾਮ ਚਕਰਾਤਾ। ਇਸ ਥਾਂ ਦੇ ਉੱਤੇ ਫੌਜ ਆਪਣੇ ਵੱਲੋਂ ਪ੍ਰੈਕਟਿਸ ਕਰਦੀ ਹੈ, ਤੇ ਇੱਥੇ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾ ਕੇ ਇੱਥੇ ਲਾਇਆ ਗਿਆ ਭਈ ਇੱਥੋਂ ਤੁਸੀਂ ਸਿਖਲਾਈ ਦਿੱਤੀ ਜਾਵੇ ਭਈ ਇਵੇਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ ਹੈ। ਚੁਣੇ ਹੋਏ ਕਮਾਂਡੋ ਲੈ ਕੇ ਸਾਰਾ ਪ੍ਰਬੰਧ ਕੀਤਾ ਗਿਆ। ਉਹਨਾਂ ਦੇ ਦਿਮਾਗ ਵਿੱਚ ਇਹੋ ਜਿਹੀ ਗੱਲ ਭਰੀ ਗਈ
ये तीन बंदे ने, प्रमुख तौर पर तीन बंदे ने। एक जनरल दयाल है, एक कृष्णा सुंदर जी, उन्होंने सुंदर जी करके लिखा, तीजा कुलदीप बराड़ है। इन्हां तिन्नां नूं अपने विरसे ते माण है। कुलदीप बराड़ ने भी जदों ਬੰਗਲਾਦੇਸ਼ की लड़ाई लड़ी गई सी अजीत सिंह अरोड़ा के कमांड हेठ, उदों इस ने भी बहुत वड्डा एक रोल अदा किया सी। कुलदीप बराड़ ने जदों दरबार साहब से अटैक करना सी, उन्हां दिनां च इहनूं भर्ती होए नूं 30 साल हो गए सी, ते उस दिन इहनूं 30वें साल होण करके सन्मानिया गया सी। इहनूं भी इस गल दा माण सी। जनरल दयाल उहने उस वेले दे एक पीर डरा, वो पहाड़ी के विचों रस्ता जितों जालम आते सन, इन्हें उत्थे जाके पाकिस्तानियों के उत्ते कब्जा किया सी। जनरल दयाल ने इनू भी सन्मानिया होया सी। के सुंदर जी, इनू भी उस वेले का योधे का सत्कार सी। इन्हां ने अपने इस गल विच इन्ने ज़्यादा खुबे हुए सन, जदों कुलदीप बराड़ ने ਉਹ ਗੁਰਦੇਵ ਮਾਨ जी की मैं गल कर रहा सी, मीटिंग दे विच उहदे कोल पुछया, गुरदेव मान कोल पुछया भी तुसी इत्थों दे वाकफ हो, तुसी इत्थों दे वसनीक हो, तुसी सारी गलबात DC हो, डिप्टी कमिश्नर हो, तुसी सब कुछ जानदे हो, तुसी दसो भी बाबा जरनैल सिंह होरां नूं गिरफ्तार करन विच, हत्थ खड़े करके आउण विच, सिलेंडर करन च कितना टाइम लग सकदा, की हो सकदा। गुरदेव सिंह मान हस पिया, कहण लग्या तुहानूं बड़ा वड्डा भुलेखा, उस समर्पित नहीं होणगे, हथ खड़े करके नहीं आउणगे। हुण कुलदीप बराड़ उदों कलप के गल कहिंदा है, वो कहण लग्या तैनूं नहीं पता, तू फौज बारे नहीं जानदा। जदों फौज दीयां गन्नां चलदियां ने, जदों फौज दे गोले चलदे ने, जदों फौज दी बंबारी हुंदी है, तैनूं नहीं पता वड्डियां वड्डियां दीयां पतलूणां ढिल्लियां हो जांदियां ने, किहदा पानी हार है। एक पर मैं फिर रुकन लगा, याद रखियो जज्बातां विचों जज्बे जागदे ने, जे जज्बात मर जाण जज्बे नहीं जागदे। मैं उदाहरण देण लगा सां, जदों बाबा बंदा सिंह बहादुर तुरिया गुरु गोबिंद सिंह जी कोलों दखण तो, उहदे कोल ना फौजां ने, ना पंजाब की धरती ते कोई वाकफियत है, ना उहदे कोल हथियार ने, उहदे कोल कुछ भी नहीं, सिर्फ गुरु ते भरोसा है। उन्होंने जालमां नूं नत्थ पाई कि ना आके। दूजी उदाहरण, बाबा दीप सिंह, पता लग्या भी जालमां ने हरमंदर साहिब की बेअदबी की है, वो बठिंडे की धरती तो तुरिया है, उसकी उम्र 74 साल है, बुढ़ा बजुर्ग होवे, उहदे नाल फौजां बिना होण, उहदे कोल हथियार बिना होण, उहदे कोल कुछ भी ना होवे, उहदे कोल इक्को ही गल है, गुरु दा भरोसा। होनी बाबा दीप सिंह दे सामने हसे, तैनूं करने नाल यकीन दे किस वादे दसे, मैं फड़ फड़ पूर लंघा दियां सूई दे नक्के, मैं बड़े बहादुर सूर में तलियां विच झस्से, मौत कहंदी ओ तू किहदा पानी हारे, बजुर्गी वेले खंडा चुक के तुरे हैं। बचन होणीए सिख दे सच्चे ते पक्के, खंडे फुला दी तार ए एवें नहीं चुके, ओ मां ने पुत नहीं जम्मिया जेड़ा मैनू डके, हरमंदर वल जांदियां कोई रोक ना सके। पढ़ियो कदे बाबा बंदा सिंह बहादुर दे कोल की है, गुरु दा भरोसा कुछ भी नहीं, हो गुरु दी कृपा है, ये मनुखी सोच नहीं है, इनू मनुखी सोच नाल कदे इनू कंपेयर ना करियो। दूजी गल बाबा दीप सिंह की उदाहरण दी मैं, तीजी बेनती करनी चाहना, बड़ी तवज्जो दे के सुनियो जे, जदों एम शब्द अली 30,000 की फौज लेके दरबार साहिब के उत्ते अटैक करन गया, अंदर सिर्फ 30 सिख ने, अंदर सिर्फ 30 सिख ने, और बार बार कहिंदे भी तुसीं हत्थ खड़े करके बाहर आ जाओ, कहंदे नहीं लड़ांगे जिन्ना चਿਰ, वो कहंदे तुसीं 30 असीं 30,000, कहंदे तां की होया, गुरु साडे नाल है, और शहादतां दित्तियां। जदों आखिरी गुरबख्श सिंह लील जिहड़ा जथेदार है,
ਜਦੋਂ ਉਹਦੀ ਵਾਰੀ ਆਈ ਸ਼ੀਰ ਆਉਣ ਦੀ, ਉਹ ਬਾਹਰ ਨਿਕਲਿਆ, ਜੂਝਦਾ, ਇੱਕੋ ਹੀ ਗੱਲ ਕਹਿੰਦਾ, ਹੱਥ ਚੁੱਕ ਕੇ ਕਹਿਣ ਲੱਗਿਆ, ਗੋਲੀਆਂ ਜਿੰਨੀਆਂ ਮਰਜ਼ੀ ਮਾਰਿਓ, ਪਰ ਮੇਰੀ ਪਿੱਠ ਵਿੱਚ ਗੋਲੀ ਕੋਈ ਨਾ ਜੇ ਮਾਰਿਓ। ਕਿਉਂ? ਕਿਉਂਕਿ ਮੇਰੇ ਤੋਂ ਬਾਅਦ ਕੋਈ ਸਿੱਖ ਬਾਕੀ ਨਹੀਂ ਹੈ ਜਿਹੜਾ ਸਾਡੀ ਬਹਾਦਰੀ ਦਾ ਕਿੱਸਾ ਸੁਣਾ ਸਕੇ। ਜੇ ਮੇਰੀ ਪਿੱਠ ਵਿੱਚ ਗੋਲੀ ਵੱਜੀ ਹੋਈ ਤੇ ਮੇਰੀ ਕੌਮ ਦੀ ਬਦਨਾਮੀ ਹੋਵੇਗੀ। ਅਹਿਮਦ ਸ਼ਾਹ ਅਬਦਾਲੀ ਦੇ ਬੰਦੇ ਮੂੰਹ 'ਚ ਉਂਗਲੀਆਂ ਦਿੰਦੇ ਨੇ, ਉਹ ਮਰਨ ਲੱਗਿਆ ਵੀ ਚਾਹੁੰਦੇ ਨੇ, ਇਹ ਸ਼ਹੀਦ ਹੋਣ ਲੱਗਿਆ ਵੀ ਚਾਹੁੰਦੇ ਨੇ ਮੈਂ ਕੌਮ ਦਾ ਵਫਾਦਾਰ ਹੋਵਾਂ, ਮੇਰੀ ਛਾਤੀ 'ਚ ਗੋਲੀਆਂ ਹੋਣ, ਮੇਰੀ ਪਿੱਠ 'ਚ ਗੋਲੀਆਂ ਨਾ ਹੋਣ। ਇਹਨੂੰ ਇੰਨਾ ਗੁਰੂ ਤੇ ਭਰੋਸਾ ਹੈ। ਉਹਨੂੰ ਪੁੱਛੋ ਕਦੇ ਸਾਡਾ ਵਿਰਸਾ ਕੀ ਹੈ। ਇੱਕ ਉਦਾਹਰਨ ਹੋਰ ਦੇਣੀ ਚਾਹੁੰਦਾ, ਇਹਨੂੰ ਵੀ ਤਵੱਜੋ ਦੇ ਕੇ ਸੁਣਿਓ ਜੀ। ਜਦੋਂ ਵੀ ਕਦੇ ਕਿਸੇ ਸਿੱਖ ਨੂੰ ਗੁਰੂ ਤੇ ਭਰੋਸਾ ਹੋ ਜਾਏ, ਫਿਰ ਉਹ ਡਾਮਾਡੋਲ ਨਹੀਂ ਹੁੰਦਾ। ਪੁੱਛਿਓ ਕਦੇ ਕੰਨਾਂ 'ਚ ਖਬਰ ਪੈ ਗਈ ਵੀ ਕੋਈ ਸਿੱਖ ਜਿਉਂਦਾ ਨਹੀਂ, ਗਰਜਾ ਸਿੰਘ ਤੇ ਬੋਤਾ ਸਿੰਘ ਡੰਡਾ ਲੈ ਕੇ ਸੜਕ ਤੇ ਖਲੋ ਗਏ, ਜਿਹੜਾ ਕੋਈ ਆਉਂਦਾ ਜਾਂਦਾ ਉਹਨੂੰ ਕਹਿੰਦੇ ਖਾਲਸੇ ਦਾ ਰਾਜ ਹੋ ਗਿਆ। ਤੁਸੀਂ ਸੋਚ ਕੇ ਦੇਖੋ, ਜਿਨ੍ਹਾਂ ਕੋਲ ਹਥਿਆਰ ਬਿਨਾਂ ਹੋਵਣ, ਇਹ ਗੁਰੂ ਦਾ ਭਰੋਸਾ ਸਿੱਖਾ। ਜਿੱਦਣ ਤੇਰੇ ਕੋਲ ਗੁਰੂ ਦਾ ਭਰੋਸਾ ਆ ਗਿਆ ਨਾ, ਗੁਰੂ ਦਾ ਯਕੀਨ ਆ ਗਿਆ ਨਾ, ਇਹ ਸ਼ਹਾਦਤਾਂ ਦੇ ਜਾਮ ਉਹਨਾਂ ਨੂੰ ਨਹੀਂ ਮਿਲਦੇ, ਇਹ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਉੱਤੇ ਗੁਰ ਕਿਰਪਾ ਜੇ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ। ਬਾਬਾ ਜਰਨੈਲ ਸਿੰਘ ਨੂੰ ਭਰੋਸਾ ਹੈ ਗੁਰੂ ਦੇ ਉੱਤੇ, ਯਕੀਨ ਹੈ ਗੁਰੂ ਦੇ ਉੱਤੇ। ਉਹਨਾਂ ਸੂਰਮਿਆਂ ਨੂੰ ਯਕੀਨ ਹੈ ਗੁਰੂ ਦੇ ਉੱਤੇ, ਉਹਨਾਂ ਨੂੰ ਗੁਰੂ ਪਿਆਰਾ ਹੈ। ਸਾਡੇ ਵਾਂਗੂ ਨਹੀਂ ਵਿਆਹ ਸ਼ਾਦੀਆਂ ਕਰਾਉਣ ਵਾਸਤੇ ਗੁਰੂ ਰੱਖਿਆ ਹੋਇਆ। ਘਰ ਦੀ ਮੂਰਤ ਕਰਨੀ ਤਾਂ ਗੁਰੂ ਨੂੰ ਲੈ ਕੇ, ਬਾਕੀ ਕਿਸੇ ਦੀ ਲੋੜ ਹੀ ਨਹੀਂ। ਉਹਨਾਂ ਗੁਰੂ ਚਿੱਤ ਮਨ ਚਿੱਤੋਂ ਪਿਆਰਾ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਆਖਰਕਾਰ ਇਹਨਾਂ ਮੰਗਾਂ ਨੂੰ ਲੈ ਕੇ ਉਹਨੇ ਸੰਘਰਸ਼ ਰੰਭਿਆ ਸੀ। ਕਿਹੜੀ ਮੰਗ ਅੱਤਵਾਦੀਆਂ ਵਾਲੀ ਹੈ? 1 ਜੂਨ ਨੂੰ ਦਰਬਾਰ ਸਾਹਿਬ ਨੂੰ, ਅੰਮ੍ਰਿਤਸਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਇੱਕ ਗੱਲ ਮੈਂ ਭੁੱਲ ਗਿਆ, ਉਹਨੂੰ ਵਿੱਚ ਕਹਿ ਕੇ ਤਾਂ ਕਿ ਤੁਰਾਂਗਾ, ਤਾਂ ਕਿ ਸਾਡੀ ਲੜੀ ਜਿਹੜੀ ਉਹਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਕੁਲਦੀਪ ਬਰਾੜ, ਦਿਆਲ ਕ੍ਰਿਸ਼ਨਾ ਸੁੰਦਰ ਜੀ, ਇਹਨਾਂ ਨੂੰ ਤਾਂ ਸਨਮਾਨ ਦਿੱਤਾ ਗਿਆ। ਜਿਸ ਜਨਰਲ ਸੁਬੇਗ ਸਿੰਘ ਨੇ ਬੰਗਲਾਦੇਸ਼ ਬਣਨ ਸਮੇਂ 91,000 ਬੰਦਾ, 91,000, ਮੈਂ ਫਿਰ ਦੁਹਰਾਵਾਂ, 91,000 ਬੰਦਾ ਆਪਣੇ ਹਥਿਆਰ ਛਿੱਟ ਕੇ ਉਹ ਗਰਦਨ ਨੀਵੀਂ ਕਰਕੇ ਖੜਾ ਸੀ। ਜਿਸ ਬੰਦੇ ਦੇ ਅੱਗੇ ਉਹ ਜਨਰਲ ਸੁਬੇਗ ਸਿੰਘ, ਜੰਗ ਦੇ ਮੈਦਾਨ ਵਿੱਚ ਮਾਂ ਦੀ ਚਿੱਠੀ ਆਉਂਦੀ, ਪੁੱਤ ਵੇ ਤੇਰਾ ਬਾਪ ਤਰਸਦਾ ਚੜ੍ਹਾਈ ਕਰ ਗਿਆ, ਤੇਰੀਆਂ ਅੱਖਾਂ ਨੂੰ ਦੇਖਦੇ ਆ, ਤੇਰੇ ਰਾਹ ਨੂੰ ਤੱਕਦੇ ਆ, ਤੇਰਾ ਬਾਪ ਚੜ੍ਹਾਈ ਕਰ ਗਿਆ ਤੇ ਤੂੰ ਆ ਨਹੀਂ ਸਕਿਆ ਆਪਣੇ ਬਾਪ ਦੇ, ਉਹਦੇ ਆਖਰੀ ਸਿਸਕੀਆਂ ਲੈਂਦੇ ਆ, ਉਹਦੇ ਆਖਰੀ ਤੋਂ ਅਥਰੂ ਪਹੁੰਚ ਨਹੀਂ ਸਕਿਆ। ਤੈਨੂੰ ਵਕਤ ਮਿਲਿਆ ਪੁੱਤ ਵੇ ਵਾਪਸ ਆਵੀਂ, ਕਿਤੇ ਤੇਰੀ ਮਾਂ ਵੀ ਚੜ੍ਹਾਈ ਨਾ ਕਰ ਜਾਏ। ਉਸ ਵੇਲੇ ਜਨਰਲ ਸੁਬੇਗ ਸਿੰਘ ਨੂੰ ਆਪਣਾ ਬਾਪ ਚੇਤੇ ਨਾ ਆਇਆ। ਉਸ ਵੇਲੇ ਜਨਰਲ ਸੁਬੇਗ ਸਿੰਘ ਨੂੰ ਆਪਣੇ ਮਾਂ ਦੇ ਤਰਲੇ ਚੇਤੇ ਨਾ ਆਏ। ਉਸ ਵੇਲੇ ਜਨਰਲ ਸੁਬੇਗ ਸਿੰਘ ਨੂੰ ਆਪਣਾ ਪਰਿਵਾਰ ਚੇਤੇ ਨਾ ਆਇਆ ਵੀ ਮੈਨੂੰ, ਮੇਰੀ ਅੱਜ ਉਹਨਾਂ ਨੂੰ ਲੋੜ ਹੈ। ਉਹਨੂੰ ਇੱਕੋ ਹੀ ਚੇਤੇ ਆਇਆ, ਮੇਰੇ ਦੇਸ਼ ਨੂੰ ਅੱਜ ਮੇਰੀ ਲੋੜ ਹੈ। ਉਹ ਨਹੀਂ ਆਇਆ। ਆਪਣੇ ਕਿਸੇ ਸਾਥੀ ਨੂੰ ਚਿੱਠੀ ਵੀ ਨਾ ਦਿਖਾਈ, ਕਿਤੇ ਕੋਈ ਮੇਰੀ ਇਹ ਸਿਫਾਰਿਸ਼ ਨਾ ਕਰ ਦੇਵੇ ਮੈਂ ਛੁੱਟੀ ਚਲਾ ਜਾਵਾਂ, ਮੈਂ ਛੁੱਟੀ ਨਹੀਂ ਜਾਣਾ ਚਾਹੁੰਦਾ, ਹਜੇ ਮੇਰੀ ਲੋੜ ਹੈ। ਜਿਹੜਾ ਬਾਪ ਦੇ ਦਰਦ ਨੂੰ ਬੋਝੇ 'ਚ ਛੁਪਾ ਕੇ ਜੰਗ ਦੇ ਮੈਦਾਨ 'ਚ ਲੜ ਰਿਹਾ ਹੈ, ਉਹ ਜਨਰਲ ਸੁਬੇਗ ਸਿੰਘ, ਜਿਹਨੇ ਬਚਪਨ ਤੋਂ ਲੋਰੀਆਂ ਸੁਣੀਆਂ ਸੀ ਵੀ ਤੇਰੇ ਬਜ਼ੁਰਗਾਂ ਵਿੱਚੋਂ ਮਹਿਤਾਬ ਸਿੰਘ ਉਹ ਸੀ ਜਿਹਨੇ ਦਰਬਾਰ ਸਾਹਿਬ ਦੇ ਅੰਦਰ ਸੁੱਖੇ ਉਸ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਸੁੱਖਾ ਸਿੰਘ ਮਹਿਤਾਬ ਸਿੰਘ, ਮਹਿਤਾਬ ਸਿੰਘ ਦੇ ਪਰਿਵਾਰ ਵਿੱਚੋਂ ਹੈ ਜਨਰਲ ਸੁਬੇਗ ਸਿੰਘ, ਯਾਦ ਰੱਖਿਓ ਜੀ, ਜਿਹਨੇ ਬਚਪਨ ਤੋਂ ਲੋਰੀਆਂ ਸੁਣੀਆਂ ਸੀ। ਤੇ ਜਦੋਂ ਅੱਜ ਉਹਨੂੰ
फौज विचों सन्मान देना सी, बाकियां नूं सन्मान दिता। जदों उहनूं सन्मान देण दा मौका आया तो उहदे ते एक एलीगेशन ला दिता, उहदे ते एक दोष ला दिता भई गड्डियां दी जदों ऑप्शन लगदी है, मिलटरी दीयां गड्डियां दी ऑप्शन लगदी हुंदी है, जिहड़ा मर्जी बोली दे के लै जाए। भई उदों जदों ऑप्शन लगी तो जनरल सुबेग सिंह ने एक गड्डी इन्हें 250 रुपया घट कीमत दे के लई है। 250 रुपये का एक जनरल के उत्ते दोष ला के जिन्हें समुची जिंदगी देश नूं समर्पित की हुई सी, उन्होंने डिसमिस करके कढ़ दिता गया। तो उन्हें केस किया। हैरानी की गल है, अदालत विचों केस भी जित गए भी जनरल सुबेग सिंह ते झूठा केस बनाया। वो केस भी जित गए उन्हों की सरकार को। योधा गुरु ग्रंथ साहब की हजूरी विच आ गया, दरबार साहब आ गया, आके मत्था टेकिया दातिया। बड़ी लम्मी चाकरी कर ली उन्होंने लोगों की, कुछ ना मिलया, बदनामी मिली। तेरे विरसे नूं छड्ड के गया, सज वापस तेरे कोल आ गया, कर किरपा। गुरु चरणों में आके मत्था टेक के ते किसी नूं कहा भी मैनू किसी योधे नूं मिलाओ। उन्होंने अकाली लीडरां नूं बुलाया तो उन्होंने गल्लां बातां कीतियां ते लग्या इन्हां दी गल्लां च कोई दम नहीं। कहने लगे मैनू किसी होर नूं मिलाओ, बाबा जरनैल सिंह नूं मिलाओ। बाबा जरनैल सिंह नूं मिले, गलवकड़ी पा के मिले, अपना दुख दर्द साझा किया। मैं हुण इस पासे लगना चाहुंदा। बाबा जरनैल सिंह होरां आख्या, कहण लगे तेरा अहुदा जरनैल दा रिहा है ते मेरा नां जरनैल है। आपां जदों दोवें जरनैल मिल के बैठांगे तो लगता है आने वाला समा कोई चंगा होगा। जनरल सुबेग सिंह की तैयारी की हुई। 1 जून नूं जदों घेरा पाया, कुलदीप बराड़ ने गल कही सी भी मैनूं बहुत थोड़ा समा चाहिए, मैं जल्दी तो जल्दी भिंडरां वाला साड़ी गिरफ्तारी विच होवेगा। याद रखियो प्यार वालिओ, 1 तरीक नूं फौज ने फायरिंग की। जनरल सुबेग सिंह ने अपने बंदियां नूं कहा भी तुसीं किसी ने भी फायरिंग नहीं करनी। अंदरों एक भी फायर का जवाब नहीं आया। क्यों? क्योंकि उन्होंने निशानदेही करनी भी कितों कितों फायरिंग आउंदी है। फिर उन्हें उठे उठे प्रबंध कर लेना, उन्होंने पता ही ना लग सकिया। वैसे कुलदीप बराड़ ने जसवीर रैणा नाम का बंदा अंदर भेजिया सी जनरल सुबेग सिंह दे कोल भी आप कट्ठे जंग लड़ते रहे हैं, किड्डी कबड्डी गल, अपनी पुरानी दोस्ती नूं याद कर, तो मैनूं दस दे अंदर की है, मैं हल्का जिहा खड़का दड़का जिहा करके तुहानूं गिरफ्तार कर लांगा। उन्हें जो कुछ जसवीर रैणा नूं दिखाया उन्हें वापस आके दसिया तो हैरान हो गया। कुलदीप बराड़ कहण लगे हंडिया होया जनरल है, उन्हें तैनूं वो कुछ भी नहीं दिखाया जो उहदे कोल है। समझ गए सी। जदों 1 तरीक नूं फायरिंग की तो उन्हें ना जवाब दिता। 2 तरीक नूं इंदिरा गांधी ने उस वेले स्पीच दी। 3 तरीक नूं फिर दोबारे तड़के नूं 3 तरीक वाली रात नूं उन्होंने हमला किया। ते हमला करके जिहड़े 3 प्रमुख ठिकाने सन, एक पानी की टैंकी सब तो पहले तोड़ दी गई, कुछ लोगों को अंदर बंद कर दिता गया। तो हैरानी की गल है, जिमें मैं पहलों बेनती की सी, निरंकारियों का प्रोग्राम करने वास्ते विसाखी का दिन चुनिया, हुण भी अटैक करने वास्ते गुरु अर्जन पातशाह जी शहीदी का दिन चुनिया। ये तो 2-4 दिन अगे पिछे भी हो सकता सी, पर उदों सिख संगत आई सी। चाहुंदी तो यह है ना सरकार भई असीं सिख कौम का तैश नैश करना है। जे कल्ले एक गुरुद्वारे एक दरबार साहब की गल हुंदी तो उत्थे अटैक करते। जेड़े हुण वक्खो वक्खरियां गल्लां आ रही ने, जिहड़ा श्रोमणी कमेटी ने वाइट पेपर छापिया सी उस 65 गुरुद्वारे लिखे ने, जिहड़ा सरकार ने गुरुद्वारा छापिया सी उहदे 38 गुरुद्वारे लिखे ने, एक होर किसी ने रिपोर्ट छापी सी उहदे 45 गुरुद्वारे लिखे ने। वक्खो वक्खरा जिक्र है, पता नहीं किन्ने क होणगे। जिन्ने क गुरुद्वारियां दे उत्ते उन्होंने अटैक कीते। जे बाबा जरनैल सिंह दरबार साहब सी, बाकी गुरुद्वारियां ते अटैक क्यों कीते? पर तो कौम नूं तो ऐश नैश करना चाहुंदे ने ना। मैं गल नेड़े कर दियां। 3 तरीक तड़के, 4 तरीक की सवेर दरबार साहब के उत्ते कहर वरत गया। गोलियां चलाइयां,
गुरु किशोर में जवाब देंदे रहे। 4 तरीक का दिन लंघिया, कहर चलता रहा, बिचों थोड़ा जिहा समा देंदे सी कोई बाहर आ जाए, पर नहीं आए। ਜਿਹੜੇ कमरे 'ਚ 15 क बंदे आराम नाल बैठ सकते हैं, उन्हें कमरियां 'ਚ 70 80 बंदे बंद करके बाहरों ताले लाए गए सी। ते आप नूं ये तो पता होएगा, पंजाब की धरती दे विच सब तो गर्म शहर अमृतसर साहिब है, सर्दियां 'ਚ सब तो ठंडा हुंदा। ਜਿਹੜੇ 70 बंदे एक कमरियां 'ਚ बंद किए हुए ने, 3 दिन उन्होंने पानी की घुट भी ना मिली होवे। कई ऐसे सन ਜਿਹੜੇ ਐਂ ਵਿੱਚ फसे हुए, थले धरती ਨੂੰ पैर भी ना लग्या, ਉੱਥੇ ही चढ़ाई कर गए। आखिर ना कुछ बनिया, टैंक मंगवाए गए। टैंकां दे नाल जदों 6 तरीक ਨੂੰ अकाल तख्त साहिब ਦੇ ਉੱਤੇ हमला किया गया, कंधा ढट के थले डिगन लग पईयां। बाबा जरनैल सिंह ने उदों कहा, कहंदे ਸਿੰਘੋ, मेरे बोलों के उत्ते मामा ने पुत भेजे। कई ऐसे सन जिन्हें जवानी भी ना वेखी, शहीद हो गए। किते कोई गोला वज के कंध डिग जाए तो मैं अंदर ही खत्म हो जा। मैं इहो जी मौत नहीं चाहता, मैं इहो जी मौत नहीं चाहता। हुण मैनू वक्त दिओ, जिन्हां नाल जाना तुहाडी मर्जी, पर मैं हुण बाहर जाके लड़ांगा। याद रखियो, बाबा जरनैल सिंह जी बाहर आए, नाल भाई अमरीक सिंह होरी बाहर आए, ते बाहर आके इन्हां ने जिथे निशान साहिब है मीरी पीरी दे लगे हुए, जिथे निशान साहिब है उत्थे आके डट के मुकाबला किया। आखिर शहादत का जाम पी गए। मैं एक गल कह के फिर इत्थों लड़ी नूं शुरू करांगा। कुछ समय बाद एक जत्था पाकिस्तान गया। वो जदों गुरुधामां दे दर्शन करके गया, उन्हां दे नाल एक बजुर्ग बड़ा दरवेश जिहा बंदा उन्हां दे नाल फिरदा रहा। बड़ा उन्हां दीयां गल्लां सुने ते उन्हां दे नाल ध्यान नाल देखे। आखिर एक बंदे ने पूछ ही लिया, सिखां ने, एक सिख ने पूछ ही लिया, बाबा जी तुसीं नाल साडे रहिंदे हो ते बड़े ध्यान नाल गल्लां भी सुनदे हो, वेखदे भी हो, भी गल की है? बजुर्ग दी अखां तो पानी बह तुरिया। कहण लग्या, तुहाडे च कोई ऐसा है जिन्हें संत जरनैल सिंह दे दर्शन किए होण? तुहाडे च कोई ऐसा है? उन्हां च एक सिंह गया, कहण लगे, हाँ बाबा जी मैं दर्शन किए सन। घुट के गलवकड़ी पाई, मुख चुमिया। वो कहन लगे, मैं तेनू इन्ना प्यार करना, इन्ना प्यार करदे हदों वध, पर तेनू एक उलामा भी दनो, तुसी इहो जिहा योधा गवा लिया जिहड़ा तुहाडी कौम दा भविख सवार सकदा सी। वो बजुर्ग रज के रोया, गलवकड़ी पाके कहन लगे, तुसी ऐसा योधा गवा लिया जिहड़ा तुहाडी कौम दा भविख सवार सकदा सी। डॉक्टर गुरभगत सिंह दे बोल मैं फिर चेते आउंदे ने। वो कहंदे, किसे रिश दे जख्म नूं दर्द महसूस करो ते उहदे विचों कौम दा भविख सवारो। अज भी मैं तुहानूं बेनती करना, छड्डीए स्वार्थां नूं, इकट्ठे होके अपनी भविख नूं सवारीए। ਜਿਹੜੇ ਸਾਡੀਆਂ ਜੜ੍ਹਾਂ ਵੱਢਣੀਆਂ ਚਾਹੁੰਦੇ ਨੇ, ਅਸੀਂ ਉਹਨਾਂ ਦੀਆਂ ਵੀ ਜੜ੍ਹਾਂ ਲਾ ਕੇ ਦਿਖਾਈਏ। 2-3 ਗੱਲਾਂ ਕਰਕੇ ਮੈਂ ਸਮਾਪਤੀ ਕਰ ਦੇਣੀ ਹੈ। ਜਦੋਂ ਉਹਨਾਂ ਨੂੰ ਅੰਦਰੋਂ ਕੱਢਿਆ ਗਿਆ, ਮੈਂ ਕਹਿੰਦਾ ਕੋਈ ਨਿਰਪੱਖ ਸੁਣੇ, ਕੋਈ ਨਿਰਪੱਖ ਸੁਣੇ। ਅਜਮੇਰ ਸਿੰਘ ਦੀ ਲਿਖੀ ਕਿਤਾਬ ਹੈ ਅਣਚਿਤਵਿਆ ਕਹਿਰ, ਮੈਂ ਸਾਰੀਆਂ ਕਿਤਾਬਾਂ ਦੇ ਨਾਂ ਨਾਲ ਤਾਂ ਲੈਣਾ, ਤੁਸੀਂ ਖੁਦ ਪੜ੍ਹ ਕੇ ਦੇਖ ਲਿਓ। ਇੱਕ ਮਾਂ ਚੜ੍ਹਾਈ ਕਰ ਗਈ, ਉਹਦਾ ਤੜਫਦਾ ਹੋਇਆ ਬੱਚਾ ਥੱਲੇ ਉਤਰਦਾ, ਫਰਸ਼ ਗਰਮ ਲੱਗਦਾ, ਆਪਣੀ ਮਾਂ ਦੇ ਉੱਤੇ ਬੈਠ ਜਾਂਦਾ, ਉੱਤੇ ਬੈਠ ਕੇ ਆਪਣੀ ਮਾਂ ਦੇ ਉਹ ਕਮੀਜ਼ ਨੂੰ ਖਿੱਚਦਾ, ਕਦੇ ਚੁੰਨੀ ਨੂੰ ਖਿੱਚਦਾ, ਵਾਰ-ਵਾਰ ਮਾਂ ਨੂੰ ਬੁਲਾਉਂਦਾ। 3 ਸਾਲਾਂ ਦਾ ਬੱਚਾ ਹੈ, ਪਰ ਕੌਣ ਸਮਝਾਵੇ ਤੇਰੀ ਮਾਂ ਨਹੀਂ ਹੈ।
ਉਹ ਜਦੋਂ ਤੜਫਦਾ ਭੁੱਖਾ ਬੱਚਾ ਅੱਗ ਦੇ ਉਸ ਧਰਤੀ ਦੇ ਅੱਗ ਵਰਗੀ ਧਰਤੀ ਦੇ ਉੱਤੇ ਆਪਣੀ ਮਾਂ ਨੂੰ ਬੁਲਾਉਂਦਾ ਹੈ, ਉਹ ਕੋਈ ਦੂਰ ਬੈਠਾ ਇੱਕ ਜ਼ਖਮੀ ਆਵਾਜ਼ ਮਾਰਦਾ ਹੈ, ਕਹਿਣ ਲੱਗਿਆ ਇਸ ਬੱਚੇ ਨੂੰ ਬਾਹਰ ਛੱਡ ਦਿਓ, ਇਹਦੀ ਜ਼ਿੰਦਗੀ ਹੋਏਗੀ, ਬਚ ਜਾਏਗਾ। ਇੱਕ ਸਿਪਾਹੀ ਜਾਂਦਾ, ਉਹ ਪਕੜਦਾ ਬੱਚੇ ਨੂੰ, ਦੋਵੇਂ ਲੱਤਾਂ ਤੋਂ ਠਾਹ ਕਰਕੇ ਕੰਧ ਨਾਲ ਮਾਰਦਾ, ਸਿਰ ਪਾੜ ਦਿੰਦਾ ਤੇ ਉਹਨੂੰ ਉੱਥੇ ਸ਼ਹੀਦ ਕਰ ਦਿੰਦਾ। ਉਹ ਜਿਹੜੇ ਨੇ ਦੱਸਿਆ ਸੀ ਉਹ ਟਾਹਾਂ ਮਾਰ ਕੇ ਰੋਣ ਲੱਗ ਗਿਆ ਕਿ ਨਹੀਂ ਤੂੰ ਤਾਂ ਨਾ ਹੀ ਦੱਸਦਾ। ਉਹ ਅੱਤਵਾਦੀ ਸੀ। ਇੱਕ ਬੀਬੀ ਉੱਚੀ ਉੱਚੀ ਰੌਲਾ ਪਾਉਂਦੀ ਹੈ, ਕਹਿਣ ਲੱਗੀ ਬਈ ਮੇਰਾ ਪਤੀ ਤਾਂ ਖੁਦ ਸਰਕਾਰੀ ਨੌਕਰ ਹੈ, ਅਸੀਂ ਕੋਈ ਕਿਸੇ ਨਾਲ ਸੰਬੰਧ ਰੱਖਣ ਵਾਲੇ ਨਹੀਂ, ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ। ਪਰ ਉਹਦੀ ਕਿਸੇ ਇੱਕ ਗੱਲ ਨਾ ਸੁਣੀ। ਉਹਦੇ ਇੱਕ ਕੁੱਛੜ ਵਿੱਚ 2 ਸਾਲ ਦਾ ਬੱਚਾ ਹੈ, ਇੱਕ ਹੱਥ ਉਹਨੇ ਪਤੀ ਨੂੰ ਪਾਇਆ ਹੋਇਆ ਪਿੱਛੇ ਹੈ, ਠਾਹ ਕਰਦੀ ਇੱਕ ਗੋਲੀ ਆਈ, ਉਹਦੇ ਪਤੀ ਦੇ ਸੀਨੇ ਨੂੰ ਚੀਰ ਕੇ ਚਲੇ ਗਈ। ਪਤੀ ਥੱਲੇ ਡਿੱਗ ਪਿਆ। ਉਹ ਜਦੋਂ ਪਤਨੀ ਉਹਨੂੰ ਚੁੱਕਣ ਲੱਗਦੀ ਹੈ, ਉਹ ਕਹਿੰਦਾ ਮੈਨੂੰ ਨਾ ਵੇਖੀ, ਤੂੰ ਚਲੀ ਜਾ, ਮੇਰੇ ਮਾਂ ਬਾਪ ਬਹੁਤ ਤਰਸਣਗੇ, ਮੈਂ ਇਕੱਲਾ ਪੁੱਤ ਹੈ, ਮੇਰੇ ਮਾਂ ਬਾਪ ਬਹੁਤ ਤਰਸਣਗੇ, ਤੂੰ ਜਾ ਕੇ ਮੇਰੇ ਮਾਂ ਬਾਪਾਂ ਨੂੰ ਸਾਂਭੀ, ਤੇਰੀ ਗੋਦ ਵਿੱਚ ਮੇਰੀ ਨਿਸ਼ਾਨੀ ਹੈ, ਇਹਨੂੰ ਪਾਲ ਕੇ ਵੱਡਾ ਕਰਕੇ ਸਿੱਖ ਬਣਾਈ। ਉਹ ਆਪਣੇ ਪਤੀ ਨੂੰ ਤੜਫਦਿਆਂ ਛੱਡ ਕੇ ਆਪਣਾ ਦੁਪੱਟਾ ਅੱਧਾ ਪਾੜ ਕੇ ਉਹਦੇ ਮੂੰਹ 'ਤੇ ਕਫਨ ਪਾ ਕੇ ਤੁਰਦੀ ਹੈ, ਚੰਦ ਕਦਮ ਅੱਗੇ ਤੁਰਦੀ ਹੈ। ਜਦੋਂ ਓਲੇ ਹੋਣ ਲੱਗਦੀ ਕੰਧ ਦੇ, ਇੱਕ ਵਾਰੀ ਫਿਰ ਆਪਣੇ ਪਤੀ ਨੂੰ ਦੇਖ ਲਵਾਂ, ਘੁੱਟ ਕੇ ਆਪਣੇ ਪੁੱਤ ਨੂੰ ਸੀਨੇ ਲਾਉਂਦੀ ਹੈ, ਇੱਕ ਗੋਲੀ ਫਿਰ ਚੰਦਰੀ ਵੱਜੀ, ਉਹਦੀ ਗੋਦੀ ਵਿੱਚ ਉਹਦੇ ਪੁੱਤ ਨੂੰ ਸ਼ਹੀਦ ਕਰ ਦਿੱਤਾ। ਲਹੂ ਦੀ ਭਿੱਜੀ ਹੋਈ ਵਾਪਸ ਆ ਗਈ। ਸਾਈਆਂ ਕਿਹੜਾ ਮੂੰਹ ਲੈ ਕੇ ਜਾਵਾਂ। ਫਿਰ ਪਤੀ ਦੇ ਚਲਦੇ ਸਾਹ ਉਹਨੂੰ ਫਿਰ ਤਰਲਾ ਕਰਦੇ, ਮੇਰੇ ਪੁੱਤ ਨੂੰ ਮੇਰੇ ਕੋਲ ਪਾ ਦੇ, ਤੂੰ ਜਾ, ਤੂੰ ਹਜੇ ਵੀ ਜਾ, ਮੇਰੇ ਮਾਂ ਬਾਪਾਂ ਨੂੰ ਸਾਂਭੀ। ਉਹ ਜਦੋਂ ਫਿਰ ਜਾਣ ਲੱਗਦੀ ਹੈ, ਇੱਕ ਗੋਲੀ ਹੋਰ ਆਈ ਜਿਹੜੀ ਉਹਦੇ ਵੀ ਵੱਜੀ, ਉਹ ਬਾਹਾਂ ਦੇ ਨਾਲ ਘਿਸੜਦੀ ਹੋਈ ਉੱਥੇ ਤੱਕ ਆ ਗਈ ਜਿੱਥੇ ਉਹਦੇ ਪਤੀ ਪਿਆ, ਜਿੱਥੇ ਉਹਦਾ ਪੁੱਤ ਪਿਆ। ਅੱਧੀ ਚੁੰਨੀ ਪਤੀ ਤੇ ਪਾਤੀ, ਅੱਧੀ ਚੁੰਨੀ ਪੁੱਤ ਦੇ ਪਾ ਦਿੱਤੀ। ਤਿੰਨੇ ਜਣੇ ਸ਼ਹਾਦਤ ਦਾ ਜਾਮ ਪੀ ਗਏ। ਕਿਵੇਂ ਭੁੱਲੀਏ। ਮੈਂ ਅੱਜ ਵੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰ ਰਿਹਾ, ਇਹ ਸਾਕੇ ਮਨਾਏ, ਇਹ ਦਰਦ ਹੰਢਾਇਆ, ਇਹ ਤਦ ਹੀ ਸਾਕਾਰ ਹੈ ਜੇ ਆਪਾਂ ਚੰਗੀ ਸੋਚ ਲੈ ਕੇ ਤੁਰੀਏ, ਚੰਗੀ ਸੋਚ ਲੈ ਕੇ ਤੁਰੀਏ। ਅੱਜ ਵੀ ਉਹਨਾਂ ਸ਼ਹੀਦਾਂ ਦਾ ਕਰਜ਼ ਸਾਡੇ ਸਿਰ ਤੇ ਹੈ, ਨਿਰਾਸ਼ ਨਾ ਹੋਇਓ ਜੇ। ਇੱਕ ਕਵੀ ਦੀਆਂ ਪੰਕਤੀਆਂ ਨੇ ਬੜੀਆਂ ਪਿਆਰੀਆਂ। ਉਹ ਕਹਿੰਦਾ, ਕਿਵੇਂ ਲਾਸ਼ਾਂ ਚੁੱਕੀਆਂ, ਕਿਵੇਂ ਅੱਗੇ ਹੋਈਆਂ, ਇੱਕ ਵੱਖਰਾ ਸਬਜੈਕਟ ਹੈ, ਕਦੇ ਫਿਰ ਸਹੀ। ਲੋਕ ਨਿਤ ਜੰਮਦੇ, ਲੋਕ ਨਿਤ ਜੰਮਦੇ ਤਾਂ ਵੀ ਮੁੱਕ ਜਾਂਦੇ, ਸਿੱਖ ਨਿਤ ਮਰਦੇ ਤਾਂ ਵੀ ਮੁੱਕਦੇ ਨਹੀਂ। ਲੋਕ ਰੋਜ਼ ਜੰਮਦੇ ਤਾਂ ਵੀ ਮੁੱਕ ਜਾਂਦੇ, ਸਿੱਖ ਨਿਤ ਮਰਦੇ ਤਾਂ ਵੀ ਮੁੱਕਦੇ ਨਹੀਂ। ਬੜੇ ਅਵੱਜੜੇ ਜ਼ਖਮ ਇਸ ਕੌਮ ਖਾਦੇ, ਨਵੇਂ ਹੋਰ ਆ ਜਾਣ ਪਿਛਲੇ ਸੁੱਕਦੇ ਨਹੀਂ। ਲੱਗਣ ਸ਼ਹੀਦਾਂ ਦੀ ਯਾਦ ਵਿੱਚ ਸਦਾ ਮੇਲੇ, ਲੋਕ ਪਾਪੀਆਂ ਦੀਆਂ ਕਬਰਾਂ 'ਤੇ ਠੁੱਕਦੇ ਨਹੀਂ। ਉਹ ਜੇ ਗਿਣ ਕੇ ਗੋਲੀਆਂ ਤੂੰ ਮਾਰਦਾ ਨਹੀਂ, ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਯਾਦ ਰੱਖੀ ਲੰਮੇ ਸਮੇਂ ਦਾ ਕਰਜ਼ ਤੇਰੇ ਨਾਲ ਹੈ, ਉਹ ਸਿੱਖ ਚੁਕਾਉਂਦੇ ਆ ਰਹੇ ਨੇ। ਕਦੇ ਤਾਂ ਵਕਤ ਆਏਗਾ ਹੀ ਨਾ, ਮੁੱਲ ਪੈਂਦਾ ਸਦਾ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਹੋਈਆਂ ਭੁੱਲਾਂ ਇੰਨੀਆਂ ਸ਼ਹੀਦੀਆਂ ਬੇਕਾਰ ਨਹੀਂ ਜਾਇਆ ਕਰਦੀਆਂ। ਇਹਨਾਂ ਧਰਤੀ ਦੇ ਵਿੱਚ ਸ਼ਹੀਦਾਂ ਦਾ ਡੁੱਲਿਆ ਖੂਨ ਬੇਕਾਰ ਨਹੀਂ ਜਾਇਆ ਕਰਦਾ। ਕੱਲ ਵਕਤ ਆਵੇਗਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਕ, ਅਕਾਲ ਤਖਤ ਦੇ ਸਿਧਾਂਤਾਂ ਮੁਤਾਬਕ ਖਾਲਸੇ ਦਾ ਰਾਜ ਹੋਵੇਗਾ, ਜਿੱਥੇ ਹਰ ਕੋਈ ਬੰਦਾ ਸੁਖੀ ਉਮੀਦ ਜੀਵਨ ਦੀ ਧਾਰਾ ਲੈ ਕੇ ਆਪਣੇ ਪਰਿਵਾਰ ਨੂੰ ਸੁੱਖਾਂ ਭਰਿਆ ਜੀਵਨ ਬਤੀਤ ਕਰਵਾਏਗਾ। ਇੰਨੀਆਂ ਬੇਨਤੀਆਂ ਕਬੂਲ ਕਰਨਾ, ਭੁੱਲਾਂ ਦੀ ਖਿਮਾ। ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।